ਮਾਈਂਡ ਐਂਡ ਬੋਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਡਾਕਟਰ ਨਰਿੰਦਰ ਰਵੀ ਵੱਲੋਂ ਪਿਆਰ ਭਰੀ ਨਮਸਕਾਰ, ਸਲਾਮ ਅਲੈਕਮ, ਸਤਿ ਸ੍ਰੀ ਅਕਾਲ ਤੇ ਵੈਰੀ ਗੁੱਡ ਈਵਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਨੂੰ ਸ਼ਾਮ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਈਂਡ ਐਂਡ ਬੋਡੀ ਪ੍ਰੋਗਰਾਮ ਮੈਂ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੁੰਨਾ ਤੇ ਉਹਦੇ ਵਿੱਚ ਵੱਖ-ਵੱਖ ਰੂਹਾਨੀਅਤ ਦੇ ਟੌਪਿਕਸ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈ ਤੀਜੀ ਪਾਤਸ਼ਾਹੀ ਜਾਂ ਤੀਸਰੇ ਗੁਰੂ। ਤੁਹਾਨੂੰ ਪਤਾ ਹੀ ਹੈ ਕਿ ਸਿੱਖ ਧਰਮ ਦੇ ਵਿੱਚ 10 ਗੁਰੂ ਹੋਏ ਨੇ। ਪਹਿਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਸੀਗੇ ਫਾਊਂਡਰ ਆਫ ਸਿੱਖ ਧਰਮ ਤੇ ਲਾਸਟ ਗੁਰੂ ਗੋਬਿੰਦ ਸਿੰਘ ਜੀ ਸੀਗੇ 10ਵੇਂ ਗੁਰੂ। ਪਰ ਅੱਜ ਜਿਹੜੀ ਮੈਂ ਗੱਲ ਕਰਨਾ ਹੈ ਉਹ ਤੀਸਰੀ ਪਾਤਸ਼ਾਹੀ ਤੀਸਰੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਬਾਣੀ ਦੇ ਵਿੱਚੋਂ ਜਿਹੜਾ ਕਿ ਮਾਝ ਮਹੱਲਾ ਤੀਜਾ ਹੈ ਉਹਦੇ ਵਿੱਚੋਂ ਮੈਂ ਇੱਕ ਤੁਕ ਲਈ ਹੈ ਤੇ ਉਸ ਤੁਕ ਨੂੰ ਸਿਰਫ ਤੇ ਸਿਰਫ ਰੂਹਾਨੀ ਸਪਿਰਚੁਅਲ ਪੁਆਇੰਟ ਆਫ ਵਿਊ ਦੇ ਨਾਲ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਹੀ ਦੱਸ ਦੇਣਾ ਕਿ ਕਿਉਂਕਿ ਇਹ ਲਾਈਵ ਪ੍ਰੋਗਰਾਮ ਹੈ, ਲਿਖਿਆ ਹੋਇਆ ਨਹੀਂ ਹੈ। ਜੋ ਕੁਝ ਉਹ ਸਤਿਗੁਰੂ ਉਹ ਕੁੱਲ ਮਾਲਕ ਪਰਮਾਤਮਾ ਅੱਲਾ ਵਾਹਿਗੁਰੂ ਜੋ ਜੀਵ ਦੇ ਉੱਤੇ ਬੈਠਾ ਹੈ, ਜੋ ਕੁਝ ਕਹਾ ਦਿੰਦਾ ਹੈ ਉਹ ਮੈਂ ਬੋਲ ਦੇਣਾ। ਹਾਂ, ਇਹ ਗੱਲ ਮੈਂ ਪੱਕੀ ਕਹਿਣਾ ਕਿ ਤਕਰੀਬਨ ਬਹੁਤ ਸਾਲ ਇਹ ਵੱਖ-ਵੱਖ ਧਰਮਾਂ ਨੂੰ ਪੜ੍ਹਿਆ, ਮਾਸਟਰਸ ਕੀਤੀ, ਐਮਲੇਟ ਕੀਤੀ, PhD ਕੀਤੀ, ਕੰਪੈਰੇਟਿਵ ਰਿਲੀਜਨ ਤੇ ਬੁੱਕ ਵੀ ਲਿਖੀ। ਉਸ ਤੋਂ ਬਾਅਦ ਥੋੜੀ ਮੋਟੀ ਆਪਣੀ ਜਾਤੀ ਤੌਰ ਤੇ ਮਿਹਨਤ ਵੀ ਕੀਤੀ। ਸੋ ਉਹ ਸਾਰੀਆਂ ਚੀਜ਼ਾਂ ਨੂੰ ਰਲਾ ਕੇ ਜੋ ਵੀ ਗਿਆਨ ਸਾਨੂੰ ਮਿਲਿਆ, ਮੈਨੂੰ ਮਿਲਿਆ, ਉਹਨੂੰ ਸਿੰਪਲ ਤਰੀਕੇ ਦੇ ਨਾਲ, ਬੜੇ ਸਰਲ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਇਹੀ ਮੇਰੀ ਸੇਵਾ, ਕਿਉਂਕਿ ਜ਼ਿੰਦਗੀ ਦਾ ਪਤਾ ਨਹੀਂ ਕਦੋਂ ਫੂਕ ਨਿਕਲ ਜਾਣੀ ਹੈ। ਸੋ ਇਸ ਕਰਕੇ ਜੋ ਵੀ ਸਮਝਿਆ ਉਹਨੂੰ ਆਸਾਨ ਸ਼ਬਦਾਂ ਵਿੱਚ ਸਿਰਫ ਤੇ ਸਿਰਫ ਰੂਹਾਨੀ ਪੁਆਇੰਟ ਆਫ ਵਿਊ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਇਹ ਜਿਹੜੀ ਤੁਕ ਅੱਜ ਆਪਾਂ ਲੈ ਰਹੇ ਹਾਂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ, ਇਹ ਹੈਗੀ ਇਸ ਗੁਫਾ ਮੇਂ अखुट भंडारा तिस बिच बसै हर अलख अपारा आपे गुप्त आपे गुप्त प्रगट है आपे गुर शब्दी आप पंजाबनिया। थोड़े जे शब्द पंजाबी दे भी थोड़े जे औखे ने। पहला एक इहदे विच आउंदा इस गुफा वैसे कहंदे ने केव नूं, पर इत्थे दा मतलब है बॉडी, शरीर भी। आ जिहड़ा शरीर है अखुट भंडारा, देयर आर सो मैनी स्पिरिचुअल क्वालिटीज भी साडे अंदर ये शरीर दे अंदर अखुट भंडारा, जिथे असीं कहने हड्डियां ने, मास है, वेन्स ने, खून है, उस तो इलावा स्पिरिचुअल क्वालिटीज भी बहुत ने। असीं अपने इस शरीर दे विच सोचदे हां, हर समय फील करदे हां, महसूस करदे हां, लॉजिक दिन्ने हां। सो ये जिहड़ियां रूहानी क्वालिटीज ने ये साडे शरीर च ने। फिर कहंदे ने इस गुफा में खुट भंडारा तिस विच बसै हर अलख अपारा। बसे मीन्स रिजाइड, रहंदा है। अलख अपारा इनविजिबल एंड इनफाइनाइट पावर, जो परमात्मा कह लो ये शब्द। आपे गुप्त प्रगट है आपे। आपे मीन्स सैल्फ फीलिंग, आपे मीन्स आपी, अपने आप ही बंदे नूं मेहनत करके पता लगदा, किसी दे दस्सण नाल नहीं महसूस हुंदा। किते प्रगट है, किते हिडन है ते कदे ओह स्पष्ट क्लीयर है। बसे रिजाइड, रह रहा है। सो ये जिहड़े शब्द ने ਇਹਦਾ ਜੇ ਅਸੀਂ ਸਿੰਪਲ ਇਹਦਾ ਅਰਥ ਕਰਨਾ ਹੋਵੇ ਉਹਦਾ ਇਹ ਹੈ ਕਿ ਇਨ ਦਿਸ ਬॉडी, ਇਹ ਸਾਡੇ ਸਰੀਰ ਦੇ ਵਿੱਚ ਸੋ ਮੈਨੀ ਸਪਿਰਿਚੁਅਲ ਕੁਆਲਿਟੀਜ਼ ਆਰ ਫੁਲਫਿਲਡ। ਈਵਨ ਦਾ ਇਨਵਿਜ਼ੀਬਲ ਐਂਡ ਇਨਫਾਈਨਾਈਟ ਗॉड ਰਿਜ਼ਾਈਡਸ। ਇਹਦੇ ਵਿੱਚ ਸਾਡੀ ਆਤਮਾ ਦੇ ਵਿੱਚ ਜਿਹੜਾ ਕਿ ਪਰਮਾਤਮਾ ਦਾ ਰੂਪ ਆਤਮ ਅੰਸ਼ ਰਾਮ ਦੀ। ਰਾਮ ਮੀਨਸ ਪਰਮਾਤਮਾ ਸਾਡੇ ਸਰੀਰ ਦੇ ਅੰਦਰ ਬੈਠਾ ਹੈ। ਓਨਲੀ ਪਰਮਾਤਮਾ ਮਿਲਦਾ ਕਿਉਂ ਨਹੀਂ ਮਿਲਦਾ ਸਾਨੂੰ? ਕਿੰਨੇ ਸਾਡੇ ਡਾਕਟਰਸ ਨੇ, ਸਰਜਨ ਨੇ ਚੀਰ ਫਾੜ ਕੀਤੀ ਆ, ਸਰਜਰੀ ਕੀਤੀ ਆ, ਕਦੇ ਨਹੀਂ ਉਹਨਾਂ ਨੂੰ ਰੱਬ ਲੱਭਿਆ। ਰੱਬ ਕਿਵੇਂ ਲੱਭੂਗਾ? ਗੁਰੂ ਸਾਹਿਬ ਕਹਿੰਦੇ ਨੇ ਓਨਲੀ ਵਿਦ ਦ ਹੈਲਪ ਐਂਡ ਗਾਈਡੈਂਸ ਆਫ ਗੁਰੂ ਵੀ ਕੈਨ ਸੀ ਦੈਟ ਗॉड। ਜਿੰਨਾ ਚਿਰ ਤੱਕ ਅੰਦਰਲਾ ਕੋਈ ਭੇਦੀ, ਰੂਹਾਨੀ ਭੇਤੀ, ਕਾਮਲ ਮੁਰਸ਼ਦ, ਪੂਰਨ ਗੁਰੂ, ਸਤਿਗੁਰੂ, ਜਿਹੜਾ ਕਿ ਖੁਦ ਅੰਦਰ ਉਹਨੇ ਦਰਸ਼ਨ ਕੀਤੇ ਹੋਣ, ਜਿਹਨੇ ਖੁਦ ਉਹਦੇ ਨਾਲ ਮਿਲਾਪ ਕੀਤਾ ਹੋਵੇ, ਜਿੰਨਾ ਚਿਰ ਉਹ ਭੇਦ ਨਹੀਂ ਦਿੰਦਾ ਅਸੀਂ ਉਸ ਪਰਮਾਤਮਾ ਨੂੰ ਦੇਖ ਨਹੀਂ ਸਕਦੇ,
ਉਹਨੂੰ ਪਾ ਨਹੀਂ ਸਕਦੇ। ਜਦੋਂ ਪਾ ਲੈਂਦੇ ਆ ਉਦੋਂ ਆਪੇ ਪ੍ਰਗਟ, ਆਪੇ ਗੁਪਤ ਹੈ, ਜਿਹੜਾ ਗੁਪਤ ਸੀਗਾ ਉਹ ਪ੍ਰਗਟ ਹੋ ਜਾਂਦਾ ਹੈ। ਜਦੋਂ ਅੰਦਰੋਂ ਪ੍ਰਗਟ ਹੋ ਗਿਆ ਤੇ ਫਿਰ ਜਿੱਧਰ ਵੀ ਅਸੀਂ ਝਾਕਦੇ ਹਾਂ, ਕਣ ਕਣ ਦੇ ਵਿੱਚ, ਪੱਤੇ ਪੱਤੇ, ਜ਼ਰਰੇ ਜ਼ਰਰੇ ਦੇ ਵਿੱਚ ਉਹ ਪਰਮਾਤਮਾ ਦੀ ਤਾਕਤ ਸਾਨੂੰ ਨਜ਼ਰ ਆਉਂਦੀ ਹੈ। ਸੋ ਇਸ ਤੁਕ ਦੇ ਵਿੱਚ 4 ਗੱਲਾਂ ਕਹੀਆਂ ਗਈਆਂ। ਪਹਿਲੀ ਗੱਲ ਕਿ ਜਿਹੜਾ ਸਾਡਾ ਸਰੀਰ ਹੈ ਇਹ ਹੱਡ ਚੰਮ ਮਾਸ ਦਾ ਨਹੀਂ, ਸਗੋਂ ਉਹਦੇ ਵਿੱਚ ਬੇਸ਼ੁਮਾਰ ਪਰਮਾਤਮਾ ਨੇ ਖਜ਼ਾਨੇ ਔਰ ਭੰਡਾਰ ਰੱਖੇ ਹੋਏ ਨੇ। ਇੱਕ ਗੱਲ ਤਾਂ ਇਹ ਹੈ। ਦੂਸਰੀ ਇਸ ਤੁਕ ਦੇ ਵਿੱਚ ਕੀ ਹੈ ਕਿ ਕੱਲੇ ਭੰਡਾਰ ਕੀ ਹੈ, ਇੱਥੋਂ ਤੱਕ ਕਿ ਭੰਡਾਰਾਂ ਨੂੰ ਪੈਦਾ ਕਰਨ ਵਾਲਾ ਕੁੱਲ ਮਾਲਕ ਪਰਮਾਤਮਾ ਵਾਹਿਗੁਰੂ ਅੱਲਾ ਖੁਦਾ ਇਹ ਸਾਡੇ ਸਰੀਰ ਦੇ ਵਿੱਚ ਬੈਠਾ ਹੈ। ਦੈਟ ਇਜ਼ ਵਾਈ ਵੀ ਆਰ ਪੋਟੈਂਸ਼ੀਅਲ ਗॉड्स। ਤੀਸਰੀ ਗੱਲ ਹੈ ਕਿ ਇਹਦੇ ਨਾਲ ਮਿਲਾਪ ਕਿਵੇਂ ਹੋਏਗਾ, ਇਹਨੂੰ ਕਿਵੇਂ ਮਿਲਾਂਗੇ, ਜਦੋਂ ਪੂਰਨ ਕਾਮਲ ਮੁਰਸ਼ਿਦ ਤੋਂ ਗਾਈਡੈਂਸ ਲਵਾਂਗੇ, ਜਦੋਂ ਉਹਦੀ ਗਾਈਡੈਂਸ ਲੈ ਕੇ ਉਹਦੇ ਇਸ਼ਾਰਿਆਂ ਨੂੰ ਸਮਝ ਕੇ ਉਹਦੇ ਉੱਤੇ ਅਮਲ ਕਰਾਂਗੇ। ਅਮਲ ਵੀ ਕਰਨਾ ਪਊਏ, ਨਹੀਂ ਵੀ ਇਹ ਮਾਸਟਰ ਸਕੂਲ 'ਚ ਗਿਆ, ਮਾਸਟਰ ਪੜ੍ਹਾਈ ਜਾਂਦਾ ਤੇ ਸੁਣ ਕੇ ਇੱਧਰੋਂ ਸੁਣਿਆ ਉੱਧਰੋਂ ਕੱਢਿਆ, ਫੇਰ ਨਹੀਂ ਕੁਛ ਹੁੰਦਾ। ਜੋ ਕੁਛ ਮਾਸਟਰ ਕਹਿੰਦਾ, ਪ੍ਰੋਫੈਸਰ ਕਹਿੰਦਾ, ਡਾਕਟਰ ਕਹਿੰਦਾ, ਜਦੋਂ ਅਸੀਂ ਆਪ ਖੁਦ ਮਿਹਨਤ ਕਰ ਦਾਂਗੇ ਉਹਦੇ ਇਸ਼ਾਰਿਆਂ ਦੇ ਮੁਤਾਬਕ, ਉਹਦੇ ਕਹਿਣ ਦੇ ਮੁਤਾਬਕ, ਫਿਰ ਅਸੀਂ ਪਰਮਾਤਮਾ ਨੂੰ ਪਾ ਸਕਦੇ ਹਾਂ, ਅਦਰਵਾਈਜ਼ ਨਹੀਂ। ਤੇ ਅਗਲੀ ਗੱਲ ਇਹ ਹੈ ਕਿ ਜਦੋਂ ਅਸੀਂ ਮਿਹਨਤ ਕਰਕੇ ਉਹਨੂੰ ਪਾ ਲਿਆ, ਪ੍ਰਗਟ ਕਰ ਲਿਆ, ਤੇ ਫਿਰ ਉਹ ਜਿਹੜੀ ਜਿੰਨੀ ਵੀ ਸੰਸਾਰ ਦੇ ਵਿੱਚ ਗੁਪਤ ਹੋਈ ਵੀ ਹੈ ਤਾਕਤ ਪਰਮਾਤਮਾ ਦੀ, ਉਹ ਸਾਨੂੰ ਸਪਸ਼ਟ ਹੋ ਜੂਗੀ। ਫਿਰ ਸਾਨੂੰ ਪੱਤੇ 'ਚ, ਜਾਨਵਰਾਂ 'ਚ, ਪਸ਼ੂ 'ਚ, ਪੰਛੀ 'ਚ, ਹਰੇਕ ਆਦਮੀ ਦੇ ਵਿੱਚ ਉਹ ਪਰਮਾਤਮਾ ਨਜ਼ਰ ਆਉਂਦਾ ਹੈ। ਸੋ spiritually speaking, our human body is the temple of living God. Living God ਦਾ ਹੁੰਦਾ ਹੈ, ਜਾਂ ਇਹਨੂੰ ਕਹ ਲਓ our human body is the temple of ਹਰਿਮੰਦਰ। ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, which means our body is a place where the supreme power Allah ਵਾਹਿਗੁਰੂ resides. ਕਬੀਰ ਸਾਹਿਬ ਕਿਵੇਂ ਕਹਿੰਦੇ ਨੇ, ਕਬੀਰ ਸਾਹਿਬ ਨੇ ਕਿੰਨੀ ਸੁੰਦਰ ਐਗਜ਼ਾਮਪਲ ਦਿੱਤੀ ਹੈ। ਕਹਿੰਦੇ ਜਿਉਂ ਤਿਲ ਮੇ ਤੇਲ ਹੈ, ਤੇਲਾਂ ਦਾ ਤੇਲ ਨਹੀਂ ਹੁੰਦਾ, ਸੈਸਮੀ ਸੀਡ, ਜਿਹੜੇ ਸੈਸਮੀ ਸੀਡ ਹੁੰਦੇ, ਤਿਲ ਹੁੰਦੇ ਨੇ, ਉਹ ਦੇਖ ਲਓ ਬਾਹਰੋਂ ਤਾਂ ਨਹੀਂ ਪਤਾ ਲੱਗਦਾ ਪਰ ਅੰਦਰ ਤੇਲ ਹੈ। ਜਿਉਂ ਤਿਲ ਮੇ ਤੇਲ ਹੈ, ਚਕਮਕ ਮੇ ਆਗ, ਤੇਰਾ ਪ੍ਰੀਤਮ ਤੁਝ में जाग सके तो जाग. As oil is in sesame seed, fire is in flint stone, so is your beloved within you, within your body. So ਜਿਸ ਤਰ੍ਹਾਂ ਆਪਾਂ ਕਹੀਏ ਨਾ ਦੁੱਧ ਦੀ ਐਗਜ਼ਾਮਪਲ ਲੈ ਲਈਏ, ਜਿਹੜੇ ਬੰਦੇ ਨੇ ਕਦੇ ਦੁੱਧ ਨਹੀਂ ਰਿੜਕਿਆ, ਮੱਖਣ, ਉਹ ਹੈਰਾਨ ਹੁੰਦਾ ਜੇ ਕਿਸੇ ਨੂੰ ਕਹੋ ਵੀ ਭਾਈ ਸਾਹਿਬ ਇਹਦੇ ਵਿੱਚ ਮੱਖਣ ਹੈ, ਉਹ ਕਹਿੰਦਾ ਮੱਖਣ ਕਿਵੇਂ ਹੋਊਗਾ, ਉਹ ਕਹਿੰਦਾ ਯਾਰ ਮੱਖਣ ਦਾ ਕਿੱਥੋਂ ਨਿਕਲੂਗਾ। ਜੇ ਉਹਨੂੰ ਸਮਝਾਈਏ ਵੀ ਭਾਈ ਸਾਹਿਬ ਦੁੱਧ ਨੂੰ ਉਬਾਲ, ਕੋਸਾ ਕਰਕੇ ਲਾ ਜਾਗ, ਜਦੋਂ ਦਹੀਂ ਜੰਮ ਗਿਆ ਫਿਰ ਲੈ ਰਿੜਕ, ਜਦੋਂ ਰਿੜਕੀਗਾ ਤੇ ਫਿਰ ਮੱਖਣ ਹੋਊਗਾ। ਜੇ ਮੱਖਣ ਖਾਣਾ ਮੱਖਣ ਖਾ ਲੈ, ਨਹੀਂ ਮੱਖਣ ਨੂੰ ਕਰ ਗਰਮ ਤੇ ਉਹ ਜੋ ਨਿਕਲੂ ਘਿਓ। ਕਿਉਂਕਿ ਇਹ ਯੁਕਤੀ ਹੈ, ਇੱਕ ਢੰਗ ਹੈ, ਤੇ ਢੰਗ ਜਿਸ ਤਰ੍ਹਾਂ ਸਾਨੂੰ ਬਾਹਰੋਂ ਮਿਲਦਾ ਇਸੇ ਤਰ੍ਹਾਂ ਹੀ ਅੰਦਰਲਾ ਢੰਗ ਸਾਨੂੰ ਅੰਦਰਲੇ ਗੁਰੂ ਤੋਂ ਮਿਲਦਾ। ਜਿਵੇਂ ਕਿਹਾ ਸੀ ਨਾ, ਇਫ ਯੂ ਗੋ ਫਾਰ ਏ ਹਜ ਟੇਕ ਏ ਹਾਜੀ ਵਿਦ ਯੂ। ਜੇ ਹਜ ਤੇ ਜਾਣਾ ਨਾ, ਜਿਹੜਾ ਉਸ ਨੂੰ ਲੈ ਕੇ ਜਾਓ ਜਿਹੜਾ ਹਜ ਕਰਕੇ ਆਇਆ, ਫਿਰ ਉਹ ਤੁਹਾਨੂੰ ਆਸਾਨੀ ਦੇ ਨਾਲ ਹਜ ਕਰਵਾ ਦੂਗਾ। ਇਸੇ ਤਰ੍ਹਾਂ ਜਿਹੜਾ ਬੰਦਾ ਅੰਦਰ ਗਿਆ ਹੋਇਆ ਨਾ, ਤੇ ਉਹੀ ਸਾਨੂੰ ਅੰਦਰ ਲਿਜਾ ਸਕਦਾ। ਜੇ ਕੋਈ ਬੰਦਾ ਗਿਆ ਹੀ ਨਹੀਂ ਤੇ ਉਹ ਐਵੇਂ ਕਿਤਾਬਾਂ 'ਚੋਂ ਪੜ੍ਹ ਕੇ ਸਾਨੂੰ ਗਿਆਨ ਦੇਈ ਜਾਵੇ, ਉਹਦਾ ਕੋਈ ਫਾਇਦਾ ਨਹੀਂ। ਜਦੋਂ ਕਿਤੇ ਮੁਸ਼ਕਿਲ ਹੁੰਦੀ ਹੈ, ਨਾ ਉਹ ਆਪ ਮੁਸ਼ਕਿਲ ਨੂੰ ਹੱਲ ਕਰ ਸਕਦਾ, ਨਾ ਸਾਡੀ ਮੁਸ਼ਕਿਲ ਨੂੰ ਹੱਲ ਕਰ ਸਕਦਾ। ਹਾਂ, ਇੱਕ ਗੱਲ ਪੱਕੀ ਹੈ ਕਿ ਜੇ ਆਪਾਂ ਨੂੰ ਕਾਮਲ ਮੁਰਸ਼ਿਦ ਮਿਲ ਜੇ ਤਾਂ ਸਾਡੀ ਕਿਸਮਤ ਬਦਲਣ ਨੂੰ ਦੇਰ ਨਹੀਂ ਲੱਗਦੀ। ਜਿਵੇਂ ਕਿ ਕਿਹਾ ਜਾਂਦਾ ਹੈ ਕਿ ਸ਼ਮਾ ਬੁਝ ਜਾਏ ਤਾਂ ਜਲ ਸਕਤੀ ਹੈ, ਸ਼ਮਾ ਬੁਝ ਜਾਏ ਤਾਂ ਜਲ ਸਕਤੀ ਹੈ, ਕਿਸ਼ਤੀ ਤੂਫਾਨ ਸੇ ਨਿਕਲ ਸਕਤੀ ਹੈ, ਮਾਯੂਸ ਨਾ ਹੋ। ਇਹ ਸਾਡੇ ਤੇ ਲਾਗੂ ਹੁੰਦੀ ਹੈ। मायूस ना हो, मन में विश्वास रख, किस्मत किसी भी पल बदल सकती है। पता नहीं कदों कामल मुर्शिद मिल जाना है, कदों परमात्मा दी अल्लाह वाहिगुरू दी रहमत हो जानी है, फिर साडी जिंदगी बिल्कुल ही बदल जाती है। जेड़े साडे असी काम क्रोध लोभ मोह हंकार नफरत निंदा चुगली दे मगर भजे फिरदे हां,
ਜਦੋਂ ਕਾਮਲ ਮੁਰਸ਼ਿਦ ਮਿਲ ਜਾਂਦਾ ਫਿਰ ਉਹ ਜੋ ਸਾਨੂੰ ਉਪਦੇਸ਼ ਕਰਦਾ ਹੈ, ਅੱਖਾਂ 'ਚ ਅੱਖਾਂ ਪਾਉਂਦਾ ਹੈ, ਤੇ ਫਿਰ ਸਾਨੂੰ ਸਮਝ ਆ ਜਾਂਦੀ ਹੈ ਵੀ ਕਿਸੇ ਨਾਲ ਨਫ਼ਰਤ ਕਰਕੇ, ਚੁਗਲੀ ਕਰਕੇ, ਪਿੱਛੋਂ ਲੜਾਈਆਂ ਝਗੜੇ ਕਰਵਾ ਕੇ, ਮਿੱਠੇ ਬੋਲਾਂ ਦੇ ਵਿੱਚ, ਹੇਰਾ ਫੇਰੀਆਂ ਦੇ ਵਿੱਚ, ਸ਼ੈਤਾਨੀਆਂ ਦੇ ਵਿੱਚ, ਵੈਲਫੇਅਰਾਂ ਦੇ ਵਿੱਚ, ਅਨਐਮਪਲਾਇਮੈਂਟਾਂ ਦੇ ਵਿੱਚ, ਝੂਠੀਆਂ ਦੇ ਵਿੱਚ, ਤੇ ਟੈਕਸ ਗਵਰਨਮੈਂਟ ਦੇ ਚੋਰੀਆਂ ਕਰਨ ਵਿੱਚ ਕੋਈ ਫਾਇਦਾ ਨਹੀਂ, ਕਿਉਂਕਿ ਜਾਣਾ ਖਾਲੀ ਹੱਥ ਹੈ। ਇਸ ਕਰਕੇ ਜਿੰਨਾ ਸਾਫ਼ ਸੁਥਰਾ ਹੋ ਕੇ ਜਾਈਏ ਓਨਾ ਵਧੀਆ। ਉਸ ਕਹਿਣ ਦਾ ਮਤਲਬ ਕਿ ਕਾਮਲ ਮੁਰਸ਼ਿਦ ਜਦੋਂ ਕਾਮਲ ਮੁਰਸ਼ਿਦ ਦੀ ਜਦੋਂ ਸਾਨੂੰ ਕੰਪਨੀ ਮਿਲ ਜਾਂਦੀ ਹੈ, ਜਦੋਂ ਅਸੀਂ ਉਹਦੀ ਸੰਗਤ ਕਰਦੇ ਹਾਂ, ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਸਾਡੀ ਜ਼ਿੰਦਗੀ ਦਾ ਜਿਹੜਾ ਉਦੇਸ਼ ਹੈ ਉਹ ਹੇਰਾ ਫੇਰੀਆਂ ਨਹੀਂ, ਸਗੋਂ ਸਿੰਪਲ ਤਰੀਕੇ ਨਾਲ ਰਹਿ ਕੇ, ਆਪਣੇ ਕਰੈਕਟਰ ਨੂੰ ਉੱਚਾ ਸੁੱਚਾ ਰੱਖ ਕੇ, ਭਜਨ ਸਿਮਰਨ ਨੂੰ ਵਕਤ ਦੇ ਕੇ, ਆਪਣਾ ਧਿਆਨ ਕੇਂਦਰਿਤ ਕਰਕੇ, ਉਹ ਜਿਹੜੀ ਤਾਕਤ ਸਾਡੇ ਅੰਦਰ ਛੁਪੀ ਹੋਈ ਹੈ, ਜਿਹੜੀ ਗੁਪਤ ਹੈ, ਉਹਨੂੰ ਆਪਾਂ ਪ੍ਰਗਟ ਕਰਨਾ ਹੈ। ਐਂਡ ਇਟ ਇਜ਼ ਓਨਲੀ ਪੋਸੀਬਲ when we have a company of Kamal Murshid, when we have a company of the perfect living master। ਦੇਖੋ ਅਸੀਂ ਕੀ ਕਰਦੇ ਹਾਂ, ਜਿੰਨਾ ਚਿਰ ਕਾਮਲ ਮੁਰਸ਼ਿਦ ਨਹੀਂ ਮਿਲਦਾ, ਜਿਵੇਂ ਕਿਸੇ ਨੇ ਪੰਡਤ ਜੀ ਨੇ ਕਿਹਾ, ਭਾਈ ਜੀ ਨੇ ਕਿਹਾ, ਕਿਸੇ ਸਿਆਣੇ ਨੇ ਕਿਹਾ, ਮਾਂ-ਬਾਪ ਨੇ ਕਿਹਾ, ਉਹ ਰੀਤਾਂ ਹੀ ਚੱਲੀਆਂ ਆਉਂਦੀਆਂ, ਰਿਚੁਅਲਸ ਨੇ। ਤਾਂ ਹੀ ਤਾਂ ਜਿਹੜੇ ਬੰਦੇ ਪਹੁੰਚ ਜਾਂਦੇ ਨੇ ਕਾਮਲ ਮੁਰਸ਼ਿਦ ਨਾਲ, ਉਹ ਬੁੱਲੇ ਸ਼ਾਹ ਪਹੁੰਚਿਆ ਸੀਗਾ ਸ਼ਾਹ ਇਨਾਦ ਤੋਂ, ਜਦੋਂ ਉਹਨੇ ਨਾਮਦਾਨ ਲਿਆ ਤਾਂ ਬੁੱਲੇ ਸ਼ਾਹ ਕੀ ਲਿਖਦੇ ਨੇ, ਨਾ ਖੁਦਾ ਅੱਲਾ, ਨਾ ਖੁਦਾ ਮਸੀਤੇ ਲੱਭਦਾ, ਨਾ ਉਹ ਖਾਨਾ ਕਾਬੇ, ਨਾ ਖੁਦਾ ਕੁਰਾਨ ਕੁਤੇਬਾਂ, ਨਾ ਉਹ ਵਿੱਚ ਨਮਾਜ਼ੇ, ਨਾ ਖੁਦਾ ਮੈਂ ਤੀਰਥ ਡਿੱਠਾ, ਐਵੇਂ ਪੈਂਡੇ ਝਾਕੇ ਬੁੱਲੇ ਸ਼ਾਹ। ਜਦ ਮੁਰਸ਼ਿਦ ਮਿਲਿਆ ਮਿਟ ਗਏ ਸਭ ਤਕਾਦੇ। ਜਦੋਂ ਸਾਨੂੰ ਕਾਮਲ ਮੁਰਸ਼ਿਦ ਮਿਲ ਜਾਂਦਾ ਫਿਰ ਸਾਨੂੰ ਉਹ ਦੱਸਦਾ ਵੀ ਭਾਈ ਸਾਹਿਬ ਅੰਦਰੋਂ ਲੱਭੋ, ਬਾਹਰ ਭੜਕਣ ਨਾਲ ਕੋਈ ਫਾਇਦਾ ਨਹੀਂ। ਇੱਧਰ ਉੱਧਰ ਲੱਭਣ ਦੀ ਕੋਸ਼ਿਸ਼ ਕਰਦੇ ਆ, ਕਈ ਵਾਰੀ ਸਾਡੇ 'ਚ ਹਉਮੈ ਆ ਜਾਂਦੀ ਹੈ ਕਿ ਮੈਂ ਤਾਂ ਜੀ 1000 ਵਾਰ ਉੱਥੇ ਜਾ ਆਇਆ, ਮੈਂ 10,000 ਵਾਰੀ ਉਹ ਨਹਾਇਆ, ਇਸ਼ਨਾਨ ਕਰਿਆ ਆ, ਮੈਂ ਤੀਰਥ ਸਥਾਨਾਂ 'ਤੇ ਜਾ ਆਇਆ। ਉਹਦੇ ਨਾਲ ਸਾਨੂੰ ਕੋਈ ਵੀ ਫਰਕ ਨਹੀਂ ਪੈਂਦਾ, ਕਿਉਂਕਿ ਜਿਹੜਾ ਸੀਗਾ ਪਲਟੂ ਸਾਹਿਬ लेटेस्ट संत हुए ने यूपी के अंदर, वो बड़ा खोल के लिखते ने कि तीर्थ में हम बहुत खोजा, तीर्थ में बहुत हम खोजा, वहां तो कुछ नहीं पाया। कहना तीर्थां च मैं सारी जिंदगी लाती, उत्थे मैनू कुछ नहीं लभ्या। मोए हम वर्त के करते, वेद को सुना चितलाई, कि जेड़े बंदे मर गए माँ बाप उन्हां दे बड़े असी वर्त रखे ने, वेद को सुना चितलाई, ग्रंथ पुस्तकां बहुत पढ़ियां ने। जोग और जुगत कर थाके, साजन की खबर नहीं पाई, कि जोग भी कर ले, युक्तियां भी कर ले, पुट्ठे सीधे भी लांक हुए, धूनिया दे अगे भी रहे, पर साजन की मतलब परमात्मा की सानू कोई खबर नहीं आई। पर जब संत के द्वारे, संत ने आप सब कीना, दास पलटू जब ही पाया, गुरु के चरण चित लीना। जदों मैं गुरु के चरनां नाल लग गया, उन्हें सानू भेज दिता, फिर ਉਹਦੇ ਨਾਲ ਭੇਜ ਦੇ ਕੇ ਉਹਨੂੰ ਅਮਲ ਕੀਤਾ, ਮਿਹਨਤ ਕੀਤੀ, ਤੇ ਫਿਰ ਸਾਨੂੰ ਪਰਮਾਤਮਾ ਦੇ ਸਾਖਸ਼ਾਤ ਦਰਸ਼ਨ ਹੋਏ। ਇਸੇ ਕਰਕੇ ਕਿਹਾ ਜਾਂਦਾ ਨਾ ਗੁਰੂ ਦੇ ਬਾਰੇ, ਨਾਜ ਮੈਨੂੰ ਹੈ, ਨਾਜ ਮੀਨਸ ਮਾਨ, ਪ੍ਰਾਊਡ, ਆਮ ਪ੍ਰਾਊਡ ਆਫ ਮਾਈ ਗੁਰੂ। ਨਾਜ ਮੈਨੂੰ ਹੈ ਆਪਣੇ ਮੁਰਸ਼ਿਦ ਤੇ, ਮੁਰਸ਼ਿਦ ਬਿਨਾ ਕੋਈ ਸੱਚਾ ਯਾਰ ਹੈ ਨਹੀਂ। ਰਹਿਮਤ ਜਦ ਤੱਕ ਨਾ ਹੋਵੇ ਮੁਰਸ਼ਿਦ ਦੀ, ਬੇੜੀ ਹੁੰਦੀ ਜ਼ਿੰਦਗੀ ਦੀ ਪਾਰ ਹੈ ਨਹੀਂ। मुरशद जिन्ना चਿਰ नहीं मिलता, कामल मुरशद पूर्ण संत, ਪਹਿਰਾਵੇ ਦਾ ਸੰਤ ਨਾ ਹੋਵੇ, ਦੇਖਣ ਨੂੰ ਸੰਤ ਨਾ ਲੱਗੇ, ਅੰਦਰੋਂ ਸੰਤ ਹੋਵੇ, ਜਿਹਦੀ ਕਹਿਣੀ ਤੇ ਕਰਨੀ ਖੋਵੇ। ਜਦੋਂ ਉਹਦੀ ਰਹਿਮਤ ਹੋ ਜਾਂਦੀ ਹੈ ਫੇਰ ਹੀ ਸਾਡੀ ਜ਼ਿੰਦਗੀ ਚੇਂਜ ਹੁੰਦੀ ਹੈ। ਜੀਸਸ ਕ੍ਰਾਈਸਟ ਨੇ ਕਿਹਾ ਸੀ, ਸੈਟਲ ਐਂਡ ਕਲੀਅਰ ਯੂਰ ਪ੍ਰੀਵੀਅਸ ਡੀਲਸ, ਰਿਪੈਂਟ ਫॉर them because the Lord is not far away, he is within your body। ਕਹਿੰਦੇ ਜਿਹੜੀ ਜ਼ਿੰਦਗੀ ਦੇ ਵਿੱਚ ਅੱਜ ਜਾਂ ਉਸ ਤੋਂ ਪਹਿਲੀ ਜ਼ਿੰਦਗੀ ਜਿਹੜੇ ਪੁੱਠੇ ਸਿੱਧੇ ਕੰਮ ਕੀਤੇ ਨੇ ਨਾ, ਉਹਦੇ ਲਈ ਪਛਤਾਪ ਕਰੋ, ਪਰਮਾਤਮਾ ਤੋਂ, ਅੱਲਾ ਤੋਂ, ਜੀਸਸ ਕ੍ਰਾਈਸਟ ਤੋਂ ਮਾਫੀ ਮੰਗੋ ਤੇ ਤੋਬਾ ਕਰੋ ਕਿ ਅੱਗੇ ਤੋਂ ਅਜਿਹਾ ਕੰਮ ਨਹੀਂ ਕਰਨਾ। ਇਹ ਨਹੀਂ ਮਾਫੀ ਮੰਗੀ ਚਲੋ ਫਿਰ ਵੀ ਹੇਰਾਫੇਰੀ ਕਰੀ ਚਲੋ, ਉਹਦਾ ਨਹੀਂ ਫਾਇਦਾ। ਤੋਬਾ ਕਰੋ ਵੀ ਅੱਗੇ ਤੋਂ ਨਹੀਂ ਕਰਨਾ। ਕਿਉਂ? ਕਿਉਂਕਿ ਪਰਮਾਤਮਾ ਨੂੰ ਪਤਾ ਵੀ ਇਹਨੇ ਤੋਬਾ ਕੀਤੀ ਹੈ ਕਿ ਨਹੀਂ ਕੀਤੀ, ਕਿ ਐਵੇਂ ਕਾਗਜ਼ੀ ਡਰਾਮੇਬਾਜ਼ੀ ਕਰਦਾ, ਲਿਫਾਫੇਬਾਜ਼ੀ ਕਰਦਾ। ਪਰਮਾਤਮਾ ਅੰਦਰ ਹੈ, ਉਹ ਸਾਡੀ ਧੁਰ ਦੀ ਗੱਲ ਜਾਣਦਾ ਕਿ ਸਾਡੀ ਨੀਤ ਕਿਹੋ ਜਿਹੀ ਹੈ। ਕਰ ਲੈ ਦਿਲ ਦੀ ਸਫਾਈ ਜੇ ਰੱਬ ਦਾ ਦੀਦਾਰ ਚਾਹੀਦਾ। ਗੱਲ ਤਾਂ ਇੱਥੇ ਹੀ ਹੈ ਕਿ ਦਿਲ ਸਾਫ਼ ਹੋਣਾ ਚਾਹੀਦਾ। ਤੁਸੀਂ 2.5 ਘੰਟੇ ਪਾਠ ਕਰੋ, 4 ਘੰਟੇ ਕਰੋ, 8 ਘੰਟੇ ਕਰੋ, 12 ਘੰਟੇ ਕਰੋ, ਜੇ ਪਾਠ ਕਰੀ ਜਾਂਦੇ ਹੋ ਨਾਲ ਹੇਰਾਫੇਰੀ ਵੀ ਕਰੀ ਜਾਂਦੇ ਹੋ, ਕਰਪਟੋਂ ਤੁਸੀਂ ਗੌਰਮੈਂਟ ਦੀ ਵੀ ਚੋਰੀ ਕਰੀ ਜਾਂਦੇ ਹੋ, ਕਦੇ ਕੋਈ ਜੇ ਸੇਵਾ ਮਿਲ ਵੀ ਗਈ ਉੱਥੇ ਵੀ ਹੇਰਾਫੇਰੀਆਂ ਕਰਦੇ ਹੋ, ਇਹਦੀ ਬੰਦ ਕਰ ਦਿਓ, ਉਹਦੀ ਬੰਦ ਕਰ ਦਿਓ ਸੇਵਾ,
ਤੇ ਇਸ ਕਰਕੇ परमात्मा ਦੇ ਭੁੱਲ ਜੋ ਤੁਸੀਂ ਦਰਸ਼ਨ ਕਰਨੇ। ਪਹਿਲਾਂ ਕਹਿੰਦੇ ਨੇ ਮਨ ਆਪਣਾ ਸਾਫ਼ ਕਰੋ, ਦਿਲ का हुजरा साफ कर जाना के आने के लिए, ध्यान गैरों का उठा उसको बिठाने के लिए। जे ਭਾਂਡੇ ਦੇ ਵਿੱਚ ਗੰਦ ਪਿਆ ਹੋਇਆ ਤੁਸੀਂ ਦੁੱਧ ਕਿਵੇਂ ਪਾਓਗੇ? ਪਹਿਲਾਂ ਭਾਂਡਾ ਸਾਫ਼ ਕਰੋਗੇ ਫੇਰ ਹੀ ਉਹਦੇ 'ਚ ਦੁੱਧ ਪਾਓਗੇ। ਇਸੇ ਤਰ੍ਹਾਂ ਹੀ परमात्मा, ਜੇ ਕੁੱਤਾ ਵੀ ਬੈਠਦਾ ਨਾ ਤਾਂ ਉਹ ਵੀ ਪੂੰਛ ਜੀ ਲਾ ਕੇ ਪਹਿਲਾਂ ਮਿੱਟੀ ਸਾਫ਼ ਕਰ ਲੈਂਦਾ। ਜਿਹੜਾ ਸਾਡੇ ਸਰੀਰ ਦੇ ਵਿੱਚ ਜਿੱਥੇ परमात्मा ਨੂੰ ਅਸੀਂ ਬਿਠਾਉਣਾ ਚਾਹੁੰਦੇ ਆ ਉੱਥੇ ਭਾਂਤ ਭਾਂਤ ਦੀਆਂ ਹੇਰਾ ਫੇਰੀ, ਨਿੰਦਾ, ਚੁਗਲੀ, ਨਫ਼ਰਤ, ਕੀ ਨਹੀਂ ਹੈ, ਚਲਾਕੀਆਂ, ਤੇ ਫਿਰ परमात्मा ਕਿੱਥੋਂ ਆਊਗਾ? परमात्मा ਨੂੰ ਜੇ ਤੁਸੀਂ ਪਾਉਣਾ ਚਾਹੁੰਦੇ ਹੋ ਪਹਿਲਾਂ ਆਪਣੇ ਸਰੀਰ ਨੂੰ, ਜਿਵੇਂ ਮੈਂ ਕਿਹਾ ਨਾ, ਕਰ ਲੈ ਦਿਲ ਦੀ ਸਫਾਈ। ਜੇ ਰੱਬ ਦਾ ਦੀਦਾਰ ਚਾਹੀਦਾ ਦਿਲ ਦੀ ਸਫਾਈ ਕਰਨੀ ਪਊਗੀ। परमात्मा ਸਾਡੇ ਅੰਦਰ ਹੈ। ਪਲਟੂ ਸਾਹਿਬ ਨੇ ਕਿਹਾ ਸੀ, ਵਾਈ ਆਰ ਯੂ ਕਰਾਈਂਗ ਲਾਰਡ ਓ ਲਾਰਡ, ਦ ਲਾਰਡ ਇਜ਼ ਰਾਈਟ देयर ਵਿਦ ਇਨ ਯੂ। परमात्मा ਸਾਡੇ ਅੰਦਰ ਹੈ, ਐਵੇਂ ਚੀਕਾਂ ਮਾਰਨ ਦੀ ਕੀ ਲੋੜ ਹੈ ਵੀ ਇੱਧਰ ਉੱਧਰ ਭੜਕਦੇ। ਮਤ ਕੋਈ ਭਰਮ ਭੁੱਲੇ ਸੰਸਾਰ, ਮਤ ਕੋਈ ਭਰਮ ਭੁੱਲੇ ਸੰਸਾਰ, ਗੁਰੂ ਬਿਨ ਕੋਈ ਨਾ ਉਤਰਸ ਪਾਰ। ਗੁਰੂ ਸਾਹਿਬ ਕਹਿੰਦੇ ਨੇ ਕੋਈ ਭੁਲੇਖੇ 'ਚ ਨਾ ਰਹੋ ਵੀ ਗੁਰੂ ਤੋਂ ਬਿਨਾਂ, ਗੁਰੂ ਤਾਂ ਰਾਮਚੰਦਰ ਜੀ ਨੂੰ, ਕ੍ਰਿਸ਼ਨ ਜੀ ਨੂੰ, ਸਾਰਿਆਂ ਨੂੰ ਗੁਰੂ ਕਰਨੇ ਪਏ ਨੇ। ਅਸੀਂ ਕਿਹੜੇ ਬਾਗ ਦੀ ਮੂਲੀਆਂ। ਗੁਰੂ ਹੋਣਾ ਚਾਹੀਦਾ ਪੂਰਨ, ਜਿਹੜਾ ਖੁਦ ਅੰਦਰ ਜਾਂਦਾ ਹੋਵੇ, ਜਿਹੜਾ ਦਸਾਂ ਨੌਹਾਂ ਦੀ ਕਮਾਈ ਕਰਦਾ ਹੋਵੇ, ਆਪਣੇ ਫਿਰ ਆਪਣਾ ਪੇਟ ਪਾਲੇ ਤੇ ਸੰਗਤ ਦੀ ਕਰੇ। ਇਹ ਨਹੀਂ ਵੀ ਆਪਣਾ ਹੀ ਆਪਣਾ ਪੇਟ ਪਾਲ ਲਓ ਜਾਂ ਨਿਆਣਿਆਂ ਦਾ ਪੇਟ ਪਾਲ ਲਓ ਤੇ ਉਹਨਾਂ ਦੇ ਸੰਗਤ ਦੇ ਪੈਸਿਆਂ ਦੀ ਐਸ਼ ਕਰੋ, ਉਹ ਗੁਰੂ ਨਹੀਂ ਕਹਾਉਂਦਾ। संत ना होते जगत में तो जल मरता संसार, क्योंकि संसार संतां तो बिना चल ही नहीं सकता। जे संत ना होण तो संसार कदों दा खत्म हो जांदा। कोई ना कोई संत किसी ना किसी देश दे विच, किसी ना किसी थां दे उत्ते हुंदा, जिहदे करके उहदी बंदगी करके, उहदी भगती करके परमात्मा दा क्योंकि रूप हुंदा है, इस करके साडा संसार चल रहा है। और गुरु दी इन्नी इंपॉर्टेंस है, कबीर साहब करे, गुरु गोबिंद दोनों खड़े किसके लागू पाए, बलिहारी गुरु अपने जिन गोबिंद दियो मिलाए। कहते कबीर साहब कहते जे कदे पर चांस गुरु ते रब मिल जाए तू किदे पहला पैरी हथ लाएगा? सोचन तो बाद कहते भी मैं पहला पैरी हथ गुरु दे लाऊंगा। क्यों? कि गुरु ही एक अजिहा आदमी है, गुरु ही एक अजिही चीज़ है जिहदी किरपा दे नाल, जिहदी गाइडेंस दे नाल मैं परमात्मा नाल मिलाप किया। परमात्मा नाल मिलाप हो ही नहीं सकदा सी जे गुरु सानू गाइड ना करदा। सो इस करके गुरु की जिहड़ी हैगी बहुत इंपॉर्टेंस दिती गई है। जीसस क्राइस्ट ने किया सी, वन हू डजंट नो द सन डजंट नो द फादर, कि जिहड़ा पुत्र नूं नहीं जानदा, पुत्र दा मतलब कामल मुर्शिद है। उत्थे जीसस क्राइस्ट कहंदे वन हू डजंट नो द सन डजंट नो द फादर, कि जे पिता नूं मिलना मतलब परमात्मा नूं मिलना, उहदे लई जरूरी है कि पहलां पुत्र दी पछाण करो। पुत्र दी मतलब कामल मुर्शिद दी। जे ये सोचीए भी धार्मिक पुस्तकां बहुत ने, होली ग्रंथ ने, उन्हां नूं बार-बार पढ़ के साडी मानसिक तरक्की तो हो जाती है, पर आत्मिक तरक्की नहीं हुंदी। आत्मिक तरक्की उदों ही हो जदों असीं उन्हां धार्मिक ग्रंथां नूं पढ़दे हां, पढ़ के उन्हां दे उत्ते अमल करदे हां। जिन्ना चिर तक सिर्फ पढ़ना ही पढ़ना कुछ नहीं हुंदा, तोता रट्टा है। पर जे पढ़ के उहनूं समझ के उहदे उत्ते अमल करदे हां, फिर साडा रब नाल मिलाप हो सकता है। पढ़िए जेते बरस बरस, पढ़िए जेते मास, पढ़िए जेते आरजा, पढ़िए जेते श्वास, नानक लेखे एक गल होर होमे चखन चाक। वन में रीड ईयर अपॉन ईयर, स्टडी मंथ अपॉन मंथ, वन में रीड द इंटायर लाइफ, स्टडी विद ईच ब्रेथ, ओनली बाय द प्रैक्टिस यू कैन नॉट मर्ज विद द लॉर्ड। सिर्फ पढ़न नाल नहीं रब मिलना, उन्होंने पढ़ के अमल करन दे नाल परमात्मा मिलता है। पंडित कहते, जिमें कहा जाता ना मेरा की विश्वास है, मेरी अपनी गल है, मैं किस तो सुनी नहीं। पंडित कहते हैं कहीं जाने से पहले, पंडित पुरोहित जोशी कहते हैं ना भी जदों घरे निकलो और मुहूर्त देखो किहो जिहा दिन, किहो जिहा राशि देख के, अज राशियां अखबारां च आउंदियां उन्हां नूं देख के निकलिया करो। पंडित कहते हैं कहीं भी जाने से पहले राशि दिन मुहूर्त देख के निकला करो, मगर हम ये कहते हैं कि कहीं भी जाने से पहले मुर्शिद का ध्यान धर के निकला करो। परमात्मा का ध्यान धर के करो। राशियां रूशियां कुछ नहीं पिया, हाथी के पाँव में सबका पाँव। जिहदा रब ही एडा वड्डा जिहने कुल कायनात नूं पैदा कीती, आ छोटियां मोटियां गल्लां साडे ते कोई असर नहीं करदियां। सो इसे करके कहना पलटू लिखा नसीब का संत देत हैं फिर,
ਜਿਹੜੀ ਇੱਕ ਗੱਲ ਇਹ ਵੀ ਗੱਲ ਖਿਆਲ ਰੱਖੋ, ਜਿਹੜੀ ਕਹਿੰਦੇ ਨਾ ਡੈਸਟਨੀ ਹੈ ਉਹ ਹਰ ਹਿੱਲੇ ਹੋਊਗੀ, ਬਿਲਕੁਲ ਹੋਊਗੀ, ਪਰ ਜੇ ਤੁਹਾਨੂੰ ਕਾਮਲ ਮੁਰਸ਼ਿਦ ਮਿਲ ਜੇ ਨਾ ਤਾਂ ਉਹ ਡੈਸਟਨੀ ਵੀ ਚੇਂਜ ਕਰ ਦਿੰਦਾ। ਜਿਸ ਤਰ੍ਹਾਂ ਕਹਿੰਦੇ ਅਕਬਰ ਦਾ ਦਰਬਾਰ ਲੱਗਿਆ ਵਾ ਸੀਗਾ, ਕਿਸੇ ਨੌਜਵਾਨ ਨੂੰ ਚੋਰੀ ਕਰਦੇ ਫੜ ਲਿਆ, ਅਕਬਰ ਦੇ ਦਰਬਾਰ 'ਚ ਪੇਸ਼ ਕੀਤਾ ਤੇ ਅਕਬਰ ਕਹਿੰਦਾ ਵੀ ਇਹਨੂੰ 3 ਮਹੀਨੇ ਜੇਲ੍ਹ 'ਚ ਪਾ ਦਿਓ। ਉਹ ਜਿਹੜੇ ਉਹਨਾਂ ਦੇ ਪੁਲਿਸ ਵਾਲੇ ਸੀ ਹੱਥਕੜੀਆਂ ਲਾਈਆਂ ਤੇ ਉਹ ਜੇਲ੍ਹ 'ਚ ਲਿਜਾਣ ਲੱਗੇ। ਇਹਨਾਂ ਨੂੰ ਅਕਬਰ ਦਾ ਮੁੰਡਾ ਆ ਗਿਆ, ਮੈਂ ਨਾਂ ਭੁੱਲ ਗਿਆ ਉਹਦਾ ਹਿਸਟਰੀ 'ਚ, ਉਹ ਜਦੋਂ ਆਇਆ ਉਹਨੇ ਆ ਕੇ ਕਿਹਾ, ਕਹਿੰਦਾ ਅਕਬਰ ਨੂੰ ਕਿਹਾ ਬਾਦਸ਼ਾਹ ਸਲਾਮਤ, ਇਹਨੂੰ ਛੱਡ ਦਿਓ, ਮੈਂ ਇਹਦੀ ਜ਼ਿੰਮੇਵਾਰੀ ਲੈਣਾ, ਇਹਨੇ ਗਲਤੀ ਇੱਕ ਵਾਰੀ ਕੀਤੀ ਹੈ, ਬਹੁਤ ਨੇਕ ਇਨਸਾਨ ਹੈ, ਅੱਗੇ ਤੋਂ ਨਹੀਂ ਕਰਦਾ। ਅਕਬਰ ਨੇ ਉਹਦੀ ਕਾਗਜ਼ ਪਾੜਤਾ ਵੀ ਉਹਨੂੰ ਆਜ਼ਾਦ ਕਰ ਦਿਓ। ਕੀ ਅਕਬਰ ਜੇ ਕੋਈ ਵਜ਼ੀਰ ਕਹਿੰਦਾ ਉਹਦੇ ਕਹੇ ਤੋਂ ਛੱਡ ਦੇਣਾ ਸੀ, ਕਿਸੇ ਚਪੜਾਸੀ ਦੇ ਕਹੇ ਤੋਂ ਛੱਡ ਦੇਣਾ ਸੀ? ਨਹੀਂ, ਛੱਡਿਆ ਕਦੋਂ? ਉਹਦੇ ਆਪਦੇ ਮੁੰਡੇ ਦੇ ਕਹੇ ਤੋਂ, ਮਤਲਬ ਕਿ ਜਿਹਨੂੰ ਉਹ ਸਭ ਤੋਂ ਜ਼ਿਆਦਾ ਪਿਆਰ ਕਰਦਾ ਹੈ। ਸੋ ਜਿਹੜਾ ਬੰਦਾ ਲਿਖਦਾ ਨਾ ਨਸੀਬ, ਉਹੀ ਖਤਮ ਕਰ ਸਕਦਾ ਹੈ। ਇਸੇ ਕਰਕੇ ਕਹਿੰਦੇ ਪਲਟੂ ਲਿਖਾ ਨਸੀਬ ਕਾ ਸੰਤ ਦੇਤ ਹੈ ਫੇਰ, ਕਿ ਪ੍ਰਮਾਤਮਾ ਨੇ ਉਹਦੇ ਨਸੀਬ ਲਿਖੇ ਨੇ, ਉਹਦੀ ਡੈਸਟਨੀ ਬਣਾਈ ਹੈ। ਪਰ ਜਿਹੜੇ ਸਾਧੂ ਸੰਤ ਕਾਮਲ ਮੁਰਸ਼ਿਦ ਹੁੰਦੇ ਨੇ, ਪ੍ਰਮਾਤਮਾ ਦੇ ਬੱਚੇ ਹੁੰਦੇ ਨੇ, ਤੇ ਉਹ ਜੇ ਕਹਿ ਵੀ ਇਹ ਚੇਂਜ ਕਰਦਾ ਨਹੀਂ, ਇਹ 'ਚ ਬਦਲਾਅ ਲਿਆਉਣਾ, ਤਾਂ ਪ੍ਰਮਾਤਮਾ ਬੋਲ ਨਹੀਂ ਸਕਦਾ। ਇਸੇ ਕਰਕੇ ਇਹ ਕਿਹਾ ਜਾਂਦਾ। ਸੋ ਜਿਹੜੇ ਗੁਰੂ ਹੁੰਦੇ ਨੇ ਬੇਸਿਕਲੀ 3 ਤਰ੍ਹਾਂ ਦੇ ਗੁਰੂ ਹੁੰਦੇ ਨੇ ਦੁਨੀਆ ਦੇ ਵਿੱਚ। ਇੱਕ ਹੁੰਦੇ ਨੇ ਦੇਹਿਕ ਗੁਰੂ, ਇੱਕ ਹੁੰਦੇ ਨੇ ਮਾਨਸਿਕ ਗੁਰੂ, ਤੇ ਇੱਕ ਹੁੰਦੇ ਨੇ ਆਤਮਿਕ ਗੁਰੂ। ਇਹ ਮੈਂ ਬੁੱਕਸ ਦੇ ਵਿੱਚ ਨਹੀਂ, ਪਤਾ ਨਹੀਂ ਕਿੱਥੇ ਕਿਹੜੀ, ਮੈਨੂੰ ਹੁਣ ਗੱਲ ਯਾਦ ਨਹੀਂ, ਕਿਸੇ ਥਾਂ ਤੇ ਪੜ੍ਹਿਆ ਸੀ। 3 ਤਰ੍ਹਾਂ ਦੇ ਗੁਰੂ ਹੁੰਦੇ ਨੇ। ਦੇਹਿਕ ਗੁਰੂ ਜਿਹੜੇ ਸਰੀਰ ਨਾਲ ਫਿਜ਼ੀਕਲ ਚੀਜ਼ਾਂ ਲੱਗਦੇ ਨੇ, ਜਿਵੇਂ ਜਦੋਂ ਕੋਈ ਅਸੀਂ ਸਵੀਮਿੰਗ ਸਿੱਖਦੇ ਹਾਂ, ਕਾਰ ਚਲਾਉਣੀ ਸਿੱਖਦੇ ਹਾਂ, ਜੂਡੇ ਕਰਾਟੇ ਸਿੱਖਦੇ ਹਾਂ, ਹਾਂਜੀ, ਜਾਂ ਕੋਈ ਤੁਸੀਂ ਸਮਝ ਲਓ ਯੋਗਾ ਸਿੱਖਦੇ ਹਾਂ, ਉਹ ਸਾਡਾ ਟੀਚਰ ਹੁੰਦਾ, ਸਾਨੂੰ ਫੜ ਕੇ ਸਾਨੂੰ ਸਿਖਾਉਂਦਾ ਵੀ ਇਹ ਪੁੱਠੇ ਲੈ ਤੁਸੀਂ ਸਿੱਧਾ, ਕੋਈ ਬਾਸਕਟਬਾਲ ਸਿੱਖਣੀ ਹੈ, ਕੋਈ ਵਾਲੀਬਾਲ ਸਿੱਖਣੀ ਹੈ, ਕੋਈ ਕੁਰਸੀ ਬਣਾਉਣੀ ਸਿੱਖਣੀ ਹੈ, ਹਾਂਜੀ, ਕੋਈ ਵੀ ਫਿਜ਼ੀਕਲ ਕੰਮ ਕਰਦੇ ਆ, ਉਹਦੇ ਲਈ ਜਿਹੜਾ ਬੰਦਾ ਸਾਡੇ ਸਰੀਰ ਨੂੰ ਟ੍ਰੇਨਡ ਕਰਦਾ ਉਹਨੂੰ ਦੇਹਿਕ ਗੁਰੂ ਕਹਿੰਦੇ ਨੇ। ਦੂਜਾ ਹੁੰਦਾ ਮਾਨਸਿਕ ਗੁਰੂ। ਮਾਨਸਿਕ ਉਹ ਹੁੰਦਾ ਜਿਹੜਾ ਸਾਡੇ ਮਨ ਨੂੰ, ਸਾਡੇ ਬ੍ਰੇਨ ਦੇ ਵਿੱਚ ਗਿਆਨ ਪੈਦਾ ਕਰਦਾ, ਉਹਨੂੰ ਟੀਚਰ ਕਹਿ ਸਕਦੇ ਹਾਂ। ਗੁਰੂ ਵੀ ਕਹਿ ਲਓ, ਟੀਚਰ ਕਹਿ ਲਓ, ਕੋਈ ਫਰਕ ਨਹੀਂ। ਜਿਸ ਤਰ੍ਹਾਂ ਸਕੂਲ ਦੇ ਵਿੱਚ ਆਪਾਂ ਜਾਂਦੇ ਹਾਂ, ਬੈਠੇ ਤਾਂ ਕੁਰਸੀ ਤੇ ਸਿੱਧੇ ਆ ਨਾ, ਟੀਚਰ ਸਾਹਮਣੇ ਬਲੈਕ ਬੋਰਡ ਤੇ ਪੜਾਉਂਦਾ, ਸਰੀਰ ਤਾਂ ਕੁਝ ਨਹੀਂ ਕਰਦਾ, ਪਰ ਸਾਡੇ ਬ੍ਰੇਨ ਦੇ ਵਿੱਚ, ਸਾਡੀ ਮਾਈਂਡ ਦੇ ਵਿੱਚ ਜੋ ਕੁਝ ਸਿਖਾ ਰਿਹਾ ਉਹ ਸਾਡੇ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ, ਉਹਨੂੰ ਅਸੀਂ ਮਾਨਸਿਕ ਗੁਰੂ ਕਹਿੰਦੇ ਹਾਂ। ਤੇ ਤੀਜੇ ਹੁੰਦੇ ਨੇ ਅਧਿਆਤਮਿਕ ਗੁਰੂ। ਆਤਮਿਕ ਕਹਿ ਲਓ, ਆਤਮਿਕ ਆਤਮਾ ਦੇ, ਜਿਹੜੇ ਸਾਡੇ ਆਤਮਾ ਦੇ ਵਿੱਚ ਜਿਹੜੇ ਗੁਣ ਨੇ ਨਾ ਦੱਬੇ ਪਏ ਨੇ। ਜਿਸ ਤਰ੍ਹਾਂ ਮਾਨਸਿਕ ਗੁਣ ਹੁੰਦੇ ਨੇ, ਸਾਨੂੰ ਗਿਆਨ ਨਹੀਂ ਹੁੰਦਾ ਤੇ 2 ਤੇ 2 4 ਹੁੰਦੇ ਨੇ, A+B ਜਿੰਨਾ ਵੀ ਫਾਰਮੂਲਾ ਅੱਗੇ ਲੱਗ ਗਿਆ, ਹਾਂਜੀ। ਸੋ ਉਹ ਸਾਨੂੰ ਟੀਚਰ ਸਮਝਾਉਂਦੇ ਨੇ। ਜਿਹੜੇ ਆਤਮਿਕ ਗੁਰੂ ਹੁੰਦੇ ਨੇ, ਉਹ ਆਤਮਾ ਦੇ ਜਿਹੜੇ ਗੁਣ ਛੁਪੇ ਹੋਏ ਨੇ, ਸਾਨੂੰ ਦਿਖਾਈ ਨਹੀਂ ਦਿੰਦੇ, ਉਹ ਗੁਣਾਂ ਨੂੰ ਪ੍ਰਗਟ ਕਰਦੇ ਨੇ। ਕਿਸ ਤਰ੍ਹਾਂ ਦੇ ਨੇ ਆਤਮਿਕ ਗੁਰੂ ਹੁੰਦੇ ਨੇ? ਜਿਵੇਂ ਫਰਜ਼ ਕਰੋ ਕਰੁਣਾ ਹੈ, ਪ੍ਰੇਮ ਹੈ, ਸ਼ਾਂਤੀ ਹੈ, ਰਹਿਮਤ ਹੈ, ਦਇਆ ਹੈ, ਆਨੰਦ ਹੈ, ਹੈਲਪ ਕਰਨੀ ਹੈ, ਨਿਮਰਤਾ ਹੈ। ਇਹ ਸਾਰੇ ਪਰਮਾਤਮਾ ਦੇ ਗੁਣ ਨੇ, ਇਹ ਸਾਰੇ ਆਤਮਾ ਦੇ ਗੁਣ ਨੇ, ਹੈ ਸਾਡੇ ਅੰਦਰ, ਪਰ ਹਉਮੈ ਕਰਕੇ ਸਾਡੇ ਵਿੱਚ ਇਹ ਗੁਣ ਛੁਪੇ ਹੋਏ ਨੇ। ਜਿਵੇਂ ਉਹ ਹੁੰਦੀ ਹੈ ਨਾ, ਅੱਗ ਹੁੰਦੀ ਹੈ ਪਾਥੀਆਂ ਦੀ ਅੱਗ, ਅੰਦਰ ਉੱਪਰ ਸੁਆਹ ਪਈ ਹੁੰਦੀ ਹੈ, ਪਤਾ ਨਹੀਂ ਲੱਗਦਾ, ਪਰ ਜਦੋਂ ਆਪਾਂ ਫੂਕ ਮਾਰਦੇ ਹਾਂ ਤਾਂ ਥੱਲੇ ਅੱਗ ਨਿਕਲੇ ਹੁੰਦੀ ਹੈ। ਇਸੇ ਤਰ੍ਹਾਂ ਜਿਹੜੇ ਆਤਮਿਕ ਗੁਣ ਹੁੰਦੇ ਨੇ, ਉਹ ਆਤਮਿਕ ਗੁਰੂ, ਸਪਿਰਚੁਅਲ ਗੁਰੂ, ਕਾਮਲ ਮੁਰਸ਼ਿਦ ਹੀ ਉਹਨੂੰ ਦਿਸਦੇ ਹੁੰਦੇ ਨੇ। ਇਸ ਕਰਕੇ ਉਹ ਸਾਡੇ ਜਿਹੜੇ ਛੁਪੇ ਹੋਏ ਗੁਣ ਨੇ ਨਾ, ਉਹਨਾਂ ਨੂੰ ਪ੍ਰਗਟ ਕਰਦਾ। ਕਿਸ ਤਰ੍ਹਾਂ? ਜਿਹੜੇ ਹੁੰਦੇ ਨੇ ਆਤਮਿਕ ਗੁਰੂ, ਉਹਦੇ ਵਿੱਚ ਖਾਸ ਗੱਲ ਇਹ ਹੁੰਦੀ ਹੈ ਕਿ ਉਹ ਸਾਨੂੰ ਆਤਮਾ ਦੇ ਬਾਰੇ ਸਿਖਾਉਂਦੇ ਨੇ। ਕਿਵੇਂ ਗੁਣ ਕਹਿੰਦੇ ਵੀ ਭਾਈ ਸਾਹਿਬ ਭਜਨ ਸਿਮਰਨ ਕਿਵੇਂ ਕਰਨਾ ਹੈ, ਧਿਆਨ ਆਪਣਾ ਸਮਾਧੀ ਕਿਵੇਂ ਲਾਉਣੀ ਹੈ। ਤੇ ਉਹ ਜਦੋਂ ਅਸੀਂ ਭਜਨ ਸਿਮਰਨ ਕਰਦੇ ਹਾਂ, ਧਿਆਨ ਲਾਉਣੇ ਆ, ਸਮਾਧੀ ਲਾਉਣੇ ਆ, ਸੁਨ ਸਮਾਧੀ ਲਗਾਉਣੇ ਆ, ਤਾਂ ਆਟੋਮੈਟਿਕਲੀ ਜਿਹੜੇ ਸਾਡੇ ਬੁਰੇ ਜਾਂ ਪੁੱਠੇ ਗੁਣ ਹੁੰਦੇ ਨੇ ਉਹ ਡਿਪਰੈਸ ਹੋ ਜਾਂਦੇ ਨੇ, ਤੇ ਜਿਹੜੇ ਚੰਗੇ ਗੁਣ ਹੁੰਦੇ ਨੇ ਉਹ ਪੈਦਾ ਹੋ ਜਾਂਦੇ ਨੇ, ਜਿਹਦੇ ਨਾਲ ਸਾਡੀ ਜਿਹੜੀ ਆਤਮਾ ਹੈ ਉਹ ਪਰਮਾਤਮਾ ਦੇ ਨਾਲ ਇੱਕ ਦਿਨ ਜਿਹੜੀ ਆ ਉਹ ਮਿਲਾਪ ਕਰ ਲੈਂਦੀ ਹੈ। ਠੀਕ ਹੈ ਜੀ। ਕਿਉਂਕਿ ਜਿਹੜੇ ਗਿਆਨ ਜਿਹੜੀ ਹੈਗੀ ਆਤਮਿਕ ਜਿਹੜੇ ਗੁਰੂ ਹੁੰਦੇ ਨੇ, ਉਹ ਕੇਵਲ ਦੱਸਦੇ ਨਹੀਂ, ਉਹ ਸਗੋਂ ਰਹਿਮਤ ਕਰਕੇ ਸਾਡੇ ਅੰਦਰ ਬਦਲਾਅ ਵੀ ਲਿਆਉਂਦੇ ਨੇ। ਸਿਰਫ ਇਹ ਨਹੀਂ ਕਹਿੰਦੇ ਵੀ ਐਂ ਹੁੰਦਾ, ਸਗੋਂ ਉਹਨਾਂ ਦੀ ਰਹਿਮਤ ਦੇ ਨਾਲ ਸਾਡੇ ਵਿੱਚ ਚੇਂਜਸ ਵੀ ਆਉਂਦੀਆਂ ਨੇ। ਜਿਵੇਂ ਮੈਂ ਕਿਹਾ ਸੀ ਨਾ, ਪਲਟੂ ਸਾਹਿਬ ਨੇ ਪਲਟੂ ਲਿਖਾ ਨਸੀਬ ਕਾ ਸੰਤ ਦੇਤ ਹੈ ਫੇਰ। ਜਿਹੜੇ ਕਾਮਲ ਮੁਰਸ਼ਿਦ ਹੁੰਦੇ ਨੇ ਨਾ, ਉਹ ਸਾਡੀ ਜਿੰਨੀ ਮਰਜ਼ੀ ਡੈਸਟਨੀ ਲਿਖੀ ਹੋਵੇ, ਜਿੰਨੀਆਂ ਮਰਜ਼ੀ ਲਕੀਰਾਂ ਕਿਸੇ ਜੋਸ਼ੀ ਨੂੰ ਦਿਖਾ ਲਓ, ਜੇ ਕਾਮਲ ਮੁਰਸ਼ਿਦ ਚਾਹੇ ਤਾਂ ਸਾਡੀ ਜ਼ਿੰਦਗੀ ਨੂੰ ਪੂਰਨ ਤੌਰ ਤੇ ਬਦਲ ਸਕਦਾ ਹੈ।
एक कामल मुरशद की निशानी है। तो इसे करके आपे गुप्त प्रगट है आपे, जो कामल मुरशद सानू भेज दे आंदा है, असीं भजन सिमरन करते हैं, बंदगी करते हैं, इबादत करते हैं, सुन समाध लगाने हैं, तो हौली 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 एक दिन च नहीं। जिस तरह एक बीज है ना माली कोले, फर कोल अंब का बीज है, गुठली है उहदे कोले, जे हुण कहे भी ला दे अंब, वो दूजे महीने तो नहीं लगता, ਉਹਨੂੰ पता है भी ये अंब हैगा, वो जमीन च बीजदा, टाइम नाल पानी दिंदा, गोडी करदा, हौली 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 2-3-4 साल बाद पहला छोटे अंब लाते हैं, फिर खट्टे लाते हैं, फिर मिठे लग जाते हैं। इसे तरह ही जो कामल मुरशद आ उन्होंने पता है भी ये परमात्मा का वास है, ये उत्ते गंदे गंदे गलाफ चढ़े ने, वो हौली हौली प्यार नाल सानू समझा बुझा के मेहनत करवाउंदा है, तो हौली हौली गंदे गलाफ साले उतरी जाते हैं, उतरी जाते हैं, उतरी जाते हैं। एक दिन आत्मा दे विचों पूर्ण प्रकाश नज़र आंदा है, जिवें कि जीसस क्राइस्ट ने कहा सीगा, इफ दाई आई बी सिंगल दाई होल बॉडी शैल बी फुल ऑफ लाइट। सो कहण दा मेरा मतलब ये है कि जिहड़े पूर्ण महात्मा हुंदे ने, कामल मुरशद हुंदे ने, वो साडी डैसटिनी नूं भी चेंज कर दिंदे। मैं तुहानूं एक एग्जाम्पल दिना, टाइम हैगा थोड़ी जी लंबी होगी तो माफ़ करना। तुसीं महात्मा बुद्ध उन्हां दे लाइफ दे बारे सुनिया होगा कि उन्हां दा एक चेला सी, उहनूं कहंदे सी उंगली माल, उंगली आ ना फिंगर, ते माल कहंदे ने, कई थां दे मार के है, पर माल दा मतलब माला, उंगली माला। वो गले दे विच वो जिहड़ा बंदा सी ना, ਉਹਦੇ गल दे विच ਉਂਗਲਾਂ ਦੀ माला पाई हुंदी सी। ਇਹਦੀ बड़ी वधिया स्टोरी है, ते तुहानूं मैं इस गल दे कोशिश करूँगा इस रिजल्ट ते लिआउण दी कि महात्मा बुद्ध जिहड़े कामल मुरशद सी, ਉਹਨੇ किस तरह ਉਹਦੀ ਜਿਹੜੀ ਡੈਸਟੀਨੀ लिखी सी, पंडित परोता ने कहा सी भी ਇਹਦੀ ਜ਼ਿੰਦਗੀ 'ਚ ਆਹ ਹੁਣ ਹੈ, ਉਹ ਪੂਰਨ तौर ਤੇ बदलती। ਉਹ ਕਹਿੰਦੇ ਨੇ ਉਂਗਲੀ माल एक बहुत ਵੱਡਾ ਹਥਿਆਰਾ ਹੋਇਆ, ਉਹ ਲੋਕਾਂ ਨੂੰ ਮਾਰ ਕੇ ਉਹਨਾਂ ਦੀ ਉਂਗਲੀ ਵੱਢ ਕੇ ਆਪਣੇ ਗਲ 'ਚ ਧਾਗੇ 'ਚ ਪਰੋ ਲੈਂਦਾ ਸੀ। ਉਹ ਇਹਦੇ ਬਾਰੇ ਬੜਾ ਕਹਿੰਦੇ ਨੇ ਵੀ ਇੱਕ ਪਾਸੇ ਜਿੰਨੀ ਕੁ ਹਿਸਟਰੀ ਤੁਸੀਂ ਦੇਖੋਗੇ, ਬਾਹਲੀਆਂ ਥਾਂ ਤੇ ਗੂਗਲ ਕਰਕੇ ਦੇਖ ਲਓ, ਤੇ ਉੱਥੇ ਤੁਹਾਨੂੰ ਇਹੀ ਸਟੋਰੀ ਮਿਲੂਗੀ। ਥੋੜੀ ਮੋਟੀ ਫਰਕ ਹੋ ਸਕਦੀ ਹੈ, ਪਰ ਕਿਸੇ ਨੂੰ ਇਹ ਪਤਾ ਨਹੀਂ ਵੀ ਉਂਗਲੀ ਮਾਲ ਦੀ ਬੈਕਗਰਾਉਂਡ ਕੀ ਹੈ, ਬਚਪਨ ਕੀ ਹੈ, ਉਹ ਹਥਿਆਰਾ ਬਣਿਆ ਕਿਉਂ, ਕੀ ਉਹ ਬਚਪਨ ਤੋਂ ਹਥਿਆਰਾ ਸੀ। मैं जिहड़ी गल नूं प्रूव करना चाहुंदा, उत्थे मैं गल लिआउणा चाहुंदा कि जदों ਉਂਗਲੀ माल पैदा होया रात नूं, तां ਉਹਦੇ फादर ने ਜਿਹੜੇ ਉੱਥੋਂ ਦਾ ਇੱਕ ਬਹੁਤ ਪ੍ਰਸਿੱਧ ਜੋਤਸ਼ੀ ਸੀ, ਉਹਨੂੰ ਕਿਹਾ ਵੀ ਇਹਨੂੰ ਦੇਖ ਕੇ ਇਹਦੀ ਜ਼ਿੰਦਗੀ ਦੇ ਬਾਰੇ ਦੱਸੋ, ਜਿਵੇਂ ਆਪਾਂ ਟੇਵਾ ਕਰਾ ਲੈਂਦੇ ਆ, ਜਨਮ ਪੱਤਰੀ ਕਰਾ ਲੈਂਦੇ ਆ, ਤਾਂ ਉਹਨੇ ਉਹਦਾ ਟਾਈਮ ਦੇਖ ਕੇ ਕਦੋਂ ਪੈਦਾ ਹੋਇਆ, ਉਹ ਜਿਹੜੇ ਹੋਰ ਰਾਹੂ ਕੇਤੂ ਜੋ ਵੀ ਕੁਝ ਦੇਖਦੇ ਨੇ, ਦੇਖ ਕੇ ਉਹਦੇ ਫਾਦਰ ਨੂੰ ਕਹਿੰਦਾ ਵੀ ਇਹ ਵੱਡਾ ਹੋ ਕੇ ਬਹੁਤ ਵੱਡਾ ਖਤਰਨਾਕ ਖੂੰਖਾਰ ਹਥਿਆਰਾ ਬਣੂਗਾ, ਤੇ ਇੱਕ ਦਿਨ ਇਹਨੂੰ ਪਕੜ ਲੈਣਾ ਤੇ ਪਕੜ ਕੇ ਇਹਨੂੰ ਫਾਂਸੀ ਹੋਣੀ ਹੈ। ਹੁਣ ਮਾਂ ਬਾਪ ਨੂੰ ਜਦੋਂ ਪਤਾ ਲੱਗਿਆ, ਉਹਨੇ ਜੋਤਸ਼ੀ ਨੂੰ ਪੁੱਛਿਆ, ਪੰਡਿਤ ਜੀ ਨੂੰ ਪੁੱਛਿਆ, ਜੋ ਵੀ ਸੀ, ਵੀ ਦੱਸੋ ਮਹਾਰਾਜ ਕੋਈ ਇਹਦਾ ਕੋਈ ਪਾਓ ਦੱਸੋ ਵੀ ਪੁੰਨਦਾਨ ਕਰੀਏ, ਕੁਛ ਇਸ ਤਰ੍ਹਾਂ ਦੀ ਇਹਦੀ ਜ਼ਿੰਦਗੀ ਨਾ ਹੋਵੇ। ਉਹ ਕਹਿੰਦਾ ਡੈਸਟੀਨੀ ਹੈ, ਇਹਨੂੰ ਬਦਲ ਨਹੀਂ ਸਕਦੇ ਆਪਾਂ। ਖੈਰ ਮਾਂ ਬਾਪ ਨੇ ਫਿਰ ਵੀ ਕੋਸ਼ਿਸ਼ ਕੀਤੀ, ਉਸ ਬੱਚੇ ਨੂੰ ਗੁਰੂਕੁਲ ਚ ਪਾਤਾ, ਜਿੱਥੇ ਗੁਰੂ ਹੁੰਦੇ ਸੀ। ਅੱਗੇ ਪੁਰਾਣੀ ਗੱਲ ਹੈ, ਉਸ ਟਾਈਮ 'ਚ ਗੁਰੂਕੁਲ ਚ ਬੱਚਾ, ਕੋਈ ਕਹਿੰਦੇ ਉਹਦੀ IQ ਬੜੀ ਜ਼ਬਰਦਸਤ ਸੀ। ਮੈਂ ਉਹਦੀ ਹਿਸਟਰੀ ਪੜ੍ਹੀ ਹੈ ਬਚਪਨ ਦੀ, IQ ਇੰਨੀ ਜ਼ਬਰਦਸਤ ਸੀਗੀ, ਉਹਨੇ ਟੀਚਰ ਤੋਂ ਵੀ ਜ਼ਿਆਦਾ वेदां ਦਾ शास्त्र ਦਾ ਗਿਆਨ ਕਰ ਲਿਆ, ਜਿਹੜੀ ਆਪਣੇ ਆਸਤਰ ਸ਼ਾਸਤਰ ਚਲਾਉਣੇ ਐਕਸਪਰਟ ਹੋ ਗਿਆ। ਜਦੋਂ ਉਹ ਵੱਡਾ ਹੋਇਆ 18 19 20 ਸਾਲ ਦਾ, ਤਾਂ ਗੁਰੂ ਨੂੰ ਸ਼ੱਕ ਹੋ ਗਿਆ ਵੀ ਇਹ ਜਿੰਨੀਆਂ ਮੈਨੂੰ ਨਹੀਂ ਗਿਆਨ ਜਿੰਨਾ ਇਹਨੂੰ ਗਿਆਨ ਹੈ ਬੱਚੇ ਨੂੰ, ਕਿਤੇ ਇਹ ਨਾ ਹੋਵੇ ਕੱਲ ਨੂੰ ਇਹ ਵੀ ਗੁਰੂਕੁਲ ਖੋਲ ਲੇ। ਸੋ ਗੁਰੂ ਜਿਹੜਾ ਹੁੰਦਾ ਹੈ ਉਹ ਹੋਰ ਹੁੰਦਾ, ਕਿਉਂਕਿ ਮਾਨਸਿਕ ਗੁਰੂ ਸੀਗਾ। ਜੇ ਆਤਮਿਕ ਹੁੰਦਾ ਤਾਂ ਡਿਫਰੈਂਟ ਸੀ, ਕਿਉਂਕਿ ਉਹ ਮਾਨਸਿਕ ਸੀਗਾ। ਇਸ ਕਰਕੇ ਦਿਲ ਦੇ ਵਿੱਚ ਦਿਮਾਗ ਦੇ ਵਿੱਚ ਇੱਕ ਹੇਰਾਫੇਰੀ ਸੁੱਝ ਗਈ ਵੀ ਜੇ ਕੱਲ ਨੂੰ ਮੇਰੇ ਬਰਾਬਰ ਨਾ ਆ ਜੇ, ਕੋਈ ਦੁਕਾਨ ਨਾ ਖੋਲੇ, ਮੇਰੀ ਦੁਕਾਨਦਾਰੀ ਚੌਪਟ ਹੋ ਜੂਗੀ, ਮੈਨੂੰ ਲੋਕਾਂ ਦੇ ਵਿੱਚ ਮਾਨਤਾ ਖਤਮ ਹੋ ਜੂਗੀ। ਉਹ ਜਦੋਂ ਆਪਣੀ ਪੜ੍ਹਾਈ ਪੂਰੀ ਕਰਕੇ ਗੁਰੂ ਦਕਸ਼ਨਾ ਦਿੰਦੇ ਸੀਗੇ, ਤਾਂ ਉਹਨਾਂ ਨੇ ਕਿਹਾ ਵੀ ਮੈਂ ਗੁਰੂ ਦਕਸ਼ਨਾ ਦੇਣੀ ਚਾਹੁੰਦਾ, ਤਾਂ ਉਹਦਾ ਜਿਹੜਾ ਟੀਚਰ ਸੀਗਾ, ਟੀਚਰ ਹੀ ਕਹਿਣ ਦੀ ਲੋੜ ਹੈ, ਗੁਰੂ ਤਾਂ ਕਹਿਣਾ ਨਹੀਂ ਚਾਹੀਦੇ, ਕਿਉਂਕਿ ਸ਼ੈਤਾਨੀ ਨਾਲ ਪੋਜ਼ਿਟਿਵ ਤੇ ਨੈਗੇਟਿਵ ਦੋਨੇ ਪਾਸੇ ਗੱਲ ਘੁਮਾਤੀ ਉਹਨੇ ਗੱਲ। ਉਹ ਕਹਿੰਦਾ ਵੀ ਜੇ ਤੂੰ ਮੈਨੂੰ ਗੁਰੂ ਦਕਸ਼ਨਾ ਦੇਣੀ ਹੈ ਨਾ, ਤਾਂ 1000 ਬੰਦਾ 1000 ਬੰਦਿਆਂ ਨੂੰ ਮਾਰ ਕੇ ਉਹਨਾਂ ਦੀ ਉਂਗਲ ਵੱਢ। ਇਹਦਾ ਮਤਲਬ ਇਹ ਵੀ ਨਹੀਂ ਵੀ ਇੱਕ ਬੰਦੇ ਨੂੰ ਮਾਰੇ ਉਹਦੀਆਂ 10 ਉਂਗਲਾਂ ਵੱਢ ਲੈ, ਐ ਨਹੀਂ, ਇੱਕ ਬੰਦੇ ਦੀ ਇੱਕ ਉਂਗਲ। ਸੋ ਇਹਦਾ ਮਤਲਬ 1000 ਬੰਦਾ ਤੈਨੂੰ ਮਾਰਨਾ ਪਊ, ਉਹਦੀਆਂ ਉਂਗਲਾਂ ਵੱਢ ਕੇ ਉਹਦੀ ਮਾਲਾ ਪਰੋ ਕੇ ਮੇਰੇ ਚਰਨਾਂ 'ਚ ਰੱਖ, ਫਿਰ ਇਹ ਮੇਰੀ ਗੁਰੂ ਦਕਸ਼ਨਾ। ਉਹਨੇ ਵਿਚਾਰੇ ਨੇ ਬਹੁਤ ਕਿਹਾ ਵੀ ਜੀ ਇਹ ਤਾਂ ਗਲਤ ਕੰਮ ਹੈ, ਕਿਸੇ ਨੇ ਪਿਆਰ ਨਾਲ ਤਾਂ ਦੇਣੀ ਨਹੀਂ ਉਂਗਲ, ਤੇ ਮੈਂ ਇਹਨੂੰ ਹੱਤਿਆ ਕਰੂਗਾ, ਹੱਤਿਆ ਦਾ ਜਿਹੜਾ ਕਰਨਾ ਵਾਇਲੈਂਸ ਕਰਨਾ, ਇਹਦਾ ਧਰਮ ਦੇ ਵਿੱਚ ਰੂਹਾਨੀਅਤ 'ਚ ਠੀਕ ਨਹੀਂ। ਤਾਂ ਉਹਨੇ ਆਰਗੂਮੈਂਟ ਅੱਗੇ ਦੇ ਤੇ, ਕਿਉਂਕਿ ਸ਼ੈਤਾਨ ਮਨ ਹੁੰਦਾ ਮਾਨਸਿਕ,
ਜਿਹੜਾ ਆਤਮਿਕ ਹੁੰਦਾ ਉਹਦੇ ਬਿਲਕੁਲ ਲੌਜਿਕ ਪਰਮਾਤਮਾ ਲਈ ਹੁੰਦੀ ਹੈ। ਜਿਹੜਾ ਮਾਨਸਿਕ ਗੁਰੂ ਹੁੰਦਾ ਉਹ ਇੱਧਰ ਵੀ ਕਰ ਦਿੰਦਾ ਉੱਧਰ ਵੀ ਕਰ ਦਿੰਦਾ। ਉਹ ਕਹਿੰਦਾ ਨਹੀਂ ਨਹੀਂ ਨਹੀਂ, ਜਿਹੜਾ ਦਰੋਣਾਚਾਰਿਆ ਸੀ ਉਹਨੇ ਵੀ ਤਾਂ ਅੰਗੂਠਾ ਕੱਟਿਆ ਸੀਗਾ, ਜਿਹੜਾ ਪਰਸ਼ੁਰਾਮ ਸੀਗਾ ਉਹਨੇ ਵੀ ਆਪਣੀ ਮਾਂ ਦਾ ਗਲ ਵੱਢਿਆ ਸੀ, ਤੂੰ ਇਕੱਲਾ ਤਾਂ ਨਹੀਂ ਹੈ, ਇਹ ਗੁਰੂ ਦਕਸ਼ਨਾ ਵਿੱਚ ਹੁੰਦਾ। ਹਾਲਾਂਕਿ ਤੁਸੀਂ ਕਹੋਗੇ ਪਰਸ਼ੁਰਾਮ ਨੇ ਆਪਣੀ ਮਾਂ ਦਾ ਕੀ ਸਟੋਰੀ ਹੈ, ਇਹ ਕਿਸ ਦਿਨ ਫੇਰ ਦੱਸ ਦੂੰਗਾ। ਮਾਂ ਦਾ ਸਿਰ ਵੱਢਤਾ ਸੀ ਕਿਉਂਕਿ ਉਹਦਾ ਫਾਦਰ ਹੀ ਉਹਦਾ ਗੁਰੂ ਸੀਗਾ। ਉਹਦੇ 5 ਭਰਾ ਸੀਗੇ, 4 ਇਹ ਸਭ ਤੋਂ ਛੋਟਾ ਸੀਗਾ, ਕੋਈ ਮੰਨਿਆ ਨਹੀਂ, ਇਹਨੂੰ ਕਿਹਾ ਇਹਨੇ ਗਰਦਨ ਵੱਢਤੀ। ਪਰ ਇਹਨੂੰ ਪਤਾ ਸੀਗਾ ਮੈਂ ਜੇ ਗੁਰੂ ਖੁਸ਼ ਹੋਊਗਾ ਤੇ ਉਹਨੇ ਕਹਿੰਦਾ ਮੰਗ ਕੀ ਮੰਗਿਆ, ਮੈਂ ਤਾਂ ਬਹੁਤ ਕੁਝ, ਮੈਂ ਵਾਪਸ ਆਪਣੀ ਮਾਂ ਦਾ ਗਲ ਜੋੜ ਦੂੰਗਾ। ਉਹ ਲੰਬੀ ਚੌੜੀ ਸਟੋਰੀ ਆ, ਇਹ ਕਥਾ ਕੋਈ ਹਿਸਟਰੀ ਦੇ ਵਿੱਚ ਆਉਂਦੀਆਂ ਸਾਰੀਆਂ ਗੱਲਾਂ। ਸੋ ਉਹਨੇ ਕਿਹਾ ਵੀ 1000 ਬੰਦੇ ਦਾ ਤੂੰ ਮੈਨੂੰ ਮਾਰ ਕੇ ਉਂਗਲੀ ਲਿਆ। ਸੋ ਉਹਨੇ ਕੋਸ਼ਿਸ਼ ਕੀਤੀ, ਪਿਆਰ ਨਾਲ ਨਹੀਂ ਮੰਨਿਆ ਤੇ ਸੋ ਫਿਰ ਉਹਨੇ ਮਾਰਨੇ ਲੋਕਾਂ ਨੂੰ ਸ਼ੁਰੂ ਕਰਤੇ। ਜਦੋਂ ਰਾਜੇ ਨੂੰ ਪਤਾ ਲੱਗਿਆ ਉਹ ਫੌਜ ਭੇਜਦਾ ਸੀਗਾ ਕਿਉਂਕਿ ਇਹ ਐਕਸਪਰਟ ਸੀਗਾ ਸ਼ਾਸਤਰ ਵਿਦਿਆ ਦੇ ਵਿੱਚ ਵੀ, ਇਹ ਫੌਜੀਆਂ ਨੂੰ ਵੀ ਜਿਹੜੇ ਭੇਜਦਾ ਉਹਨਾਂ ਨੂੰ ਮਾਰ ਕੇ ਉਹਦੀ ਉਂਗਲਾਂ ਕੱਢ ਲੈਣ, ਜੰਗਲਾਂ 'ਚ ਰਹਿੰਦਾ ਸੀਗਾ। ਅਖੀਰ 'ਚ ਕੀ ਹੋਇਆ ਕਿ ਇੱਕ ਵਾਰ ਮਹਾਤਮਾ ਬੁੱਧ ਉਸ ਸ਼ਹਿਰ ਦੇ ਵਿੱਚ ਨਗਰ 'ਚ ਆਏ ਤੇ ਲੋਕਾਂ ਨੇ ਕਿਹਾ ਵੀ ਮਹਾਤਮਾ ਜੀ ਤੁਸੀਂ ਉਹ ਜੰਗਲ ਵੱਲ ਨਾ ਜਾਓ, ਉੱਥੇ ਇੱਕ ਉਂਗਲੀ ਮਾਰ ਰਹਿੰਦਾ, ਉਹ ਬੜਾ ਖੂੰਖਾਰ ਹੈ, ਉਹ ਬੰਦਿਆਂ ਨੂੰ ਆਉਂਦਿਆਂ ਨੂੰ ਮਾਰ ਦਿੰਦਾ ਤੇ ਉਹ ਕਿਸੇ ਦੀ ਗੱਲ ਨਹੀਂ ਸੁਣਦਾ। ਤੇ ਮਹਾਤਮਾ ਬੁੱਧ ਕਹਿੰਦੇ ਲੋਕਾਂ ਨੂੰ, ਕਹਿੰਦੇ ਵੀ ਜੇ ਮੈਨੂੰ ਨਾ ਪਤਾ ਲੱਗਦਾ ਤਾਂ ਸ਼ਾਇਦ ਮੈਂ ਨਾ ਜਾਂਦਾ। ਹੁਣ ਕਿਉਂਕਿ ਤੁਸੀਂ ਦੱਸਿਆ ਵੀ ਉਹ ਬਹੁਤ ਖੂੰਖਾਰ ਹੈ, ਉਹ ਬਹੁਤ ਜ਼ੁਲਮ ਕਰਦਾ, ਜ਼ਾਲਮ ਹੈ, ਹੁਣ ਤਾਂ ਮੈਨੂੰ ਜਾਣਾ ਹੀ ਪੈਣਾ ਕਿਉਂਕਿ ਮੇਰਾ ਕੰਮ ਹੀ ਹੈ ਕਿ ਪਿਆਰ ਪੈਦਾ ਕਰਨਾ ਨਫ਼ਰਤ ਤੋਂ। ਉਹ ਜੰਗਲ 'ਚ ਚਲੇ ਗਏ, ਉਂਗਲੀ ਮਾਰ ਦਰਖਤ 'ਤੇ ਬੈਠਾ ਸੀ। ਜਦੋਂ ਦੇਖਿਆ ਸੀ ਉਹਨੇ ਦੇਖਿਆ ਕਿ ਉਹ ਵੇਦਾਂ ਸ਼ਾਸਤਰਾਂ ਦਾ ਵੀ ਗਿਆਤਾ ਸੀ, ਬਚਪਨ 'ਚ ਤਾਂ ਉਹਨੂੰ ਬੜੀ ਸਮਾਧੀ ਲਗਾਉਂਦਾ ਸੀਗਾ, ਹਾਲਾਤ ਬਦਲ ਗਏ ਉਹਦੇ। ਜਦੋਂ ਉਹਨੇ ਦੇਖਿਆ ਵੀ ਕੋਈ ਬੰਦਾ ਆ ਰਿਹਾ ਵੀ ਇਹ ਸੰਨਿਆਸੀ ਹੈ, ਉੱਚ ਕੋਟੀ ਦਾ ਪ੍ਰਕਾਸ਼ ਉਹਨੇ ਅੱਖਾਂ 'ਚ ਦੇਖਿਆ ਵੀ ਉਹਦੇ 'ਚ ਲਾਈਟਾਂ ਆ ਰਹੀਆਂ ਨੇ ਵੀ ਇਹ ਤਾਂ ਬਹੁਤ ਉੱਚ ਕੋਟੀ ਦਾ ਮਹਾਤਮਾ ਹੈ ਤੇ ਵੀ ਇਹਨੂੰ ਨਹੀਂ ਮੈਂ ਇਹਨੂੰ ਇਹ ਮੇਰੇ ਕਨੀ ਕੀ ਕਰਨਾ ਹੁੰਦਾ। ਉਹਨੇ ਦੂਰੋਂ ਆਵਾਜ਼ ਦਿੱਤੀ, ਮਹਾਤਮਾ ਰੁਕ, ਤੂੰ ਇੱਧਰ ਨਾ ਆਈ ਕਿਉਂਕਿ ਮੈਂ ਜਿਹੜਾ ਵੀ ਆਇਆ ਕਿਉਂਕਿ ਮੈਂ 999 ਬੰਦਿਆਂ ਨੂੰ ਮਾਰ ਚੁੱਕਿਆ, ਇੱਕ ਬੰਦੇ ਦੀ ਹੋਰ ਲੋੜ ਹੈ ਔਰ ਤੈਨੂੰ ਮੈਂ ਮਾਰਨਾ ਨਹੀਂ ਚਾਹੁੰਦਾ, ਤੂੰ ਵਾਪਸ ਚਲਾ ਜਾ। ਉਹ ਕਹਿੰਦੇ ਮਹਾਤਮਾ ਬੁੱਧ ਨੇ ਕੁਝ ਨਹੀਂ ਸੁਣੀ, ਸਮਾਈਲ ਦਿੰਦੇ ਉਹਦੇ ਕਨੀਨ ਵੱਧ ਗਏ। ਜਦੋਂ ਉਹਦੇ ਕੋਲੇ ਆਏ ਉਹਨੇ ਕਿਹਾ ਮਹਾਤਮਾ ਰੁਕ, ਪਿੱਛੇ ਮੁੜ ਜਾ। ਉਹ ਕਹਿੰਦਾ ਮੈਂ ਤਾਂ ਮਹਾਤਮਾ ਬੁੱਧ ਕਹਿੰਦੇ ਪਹਿਲੇ ਸ਼ਬਦ ਸੀ ਉਹਦੇ ਹਿਸਟਰੀ 'ਚ ਆਉਂਦੇ ਆ, ਉਹ ਕਹਿੰਦਾ ਰੁਕ, ਤੂੰ ਵਾਪਸ ਚਲਾ ਜਾ। ਮਹਾਤਮਾ ਬੁੱਧ ਕਹਿੰਦੇ ਮੈਂ ਤਾਂ ਬਹੁਤ ਸਾਲਾਂ ਤੋਂ ਰੁਕਿਆ ਵਾਂ। ਰੁਕਿਆ ਤੋਂ ਮਤਲਬ ਇਹ ਹੈ ਵੀ ਮੈਂ ਆਪਣੇ ਮਨ ਨੂੰ ਸ਼ਾਂਤ ਕੀਤਾ, ਉਹ ਵੀ ਰਾਜਕੁਮਾਰ ਸੀਗੇ। ਹੁਣ ਤਾਂ ਤੇਰੀ ਵਾਰੀ ਹੈ, ਤੈਨੂੰ ਰੋਕਣਾ ਆ। ਉਹ ਕਹਿੰਦਾ ਚੱਲ ਫਿਰ ਤੇਰੀ ਮਰਜ਼ੀ ਹੈ। ਜਦੋਂ ਤਲਵਾਰ ਕੱਢੀ, ਤਲਵਾਰ ਕੱਢ ਕੇ ਕਹਿੰਦਾ ਜੇ ਨਹੀਂ ਤੂੰ ਮੰਨਦਾ ਫਿਰ ਮੈਨੂੰ ਮਾਰਨਾ ਪੈਣਾ। ਜਦੋਂ ਮਹਾਤਮਾ ਬੁੱਧ ਨੂੰ ਤਲਵਾਰ ਕੱਢ ਕੇ ਮਾਰਨ ਲੱਗਿਆ, ਮਹਾਤਮਾ ਬੁੱਧ ਕਹਿੰਦੇ ਐ ਸੁਣ, ਦੱਸ ਮੈਨੂੰ ਗੱਲ, ਮਾਰਦੀ ਮੈਂ ਕਿਤੇ ਨਹੀਂ ਆਂਦਾ, ਤੂੰ ਮੈਨੂੰ ਦੱਸ ਤੂੰ ਆਪਣੇ ਆਪ ਨੂੰ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਸਮਝਦਾ? ਉਹ ਕਹਿੰਦਾ ਹਾਂਜੀ ਮੈਂ ਸ਼ਕਤੀਸ਼ਾਲੀ ਹਾਂ, ਦੇਖੋ ਮੈਂ ਹੁਣ ਮਾਰ ਦੇਣਾ ਤੁਹਾਨੂੰ, ਆਹ ਦੋਸਤੋ 999 ਬੰਦਿਆਂ ਨੂੰ ਮਾਰਿਆ। ਉਹ ਕਹਿੰਦੇ ਅੱਛਾ ਤੂੰ ਸਮਝਦਾ ਆਪਣੇ ਆਪ ਨੂੰ ਸ਼ਕਤੀਸ਼ਾਲੀ ਹੈ, ਆਹ ਦਰਖਤ ਪਿਆ ਇਹਦਾ ਟਾਹਣੀ ਤੋੜ ਕੇ ਦਿਖਾ। ਉਹਨੇ ਉਹਦੀ ਤਲਵਾਰ ਚੱਕੀ, ਦਰਖਤ ਦੀ ਟਾਹਣੀ ਤੇ ਮਾਰੀ, ਟਾਹਣੀ ਟੁੱਟ ਕੇ ਆ ਗਈ। ਕਹਿੰਦਾ ਲਓ ਜੀ ਤੋੜਤੀ। ਕਹਿੰਦਾ ਅੱਛਾ ਤੂੰ ਇਹਦਾ ਮਤਲਬ ਤੂੰ ਸ਼ਕਤੀਸ਼ਾਲੀ ਹੈ? ਕਹਿੰਦਾ ਹਾਂਜੀ, 1 ਮਿੰਟ ਲਾਇਆ ਤੋੜਨ ਨੂੰ। ਉਹ ਕਹਿੰਦਾ ਹੁਣ ਜੋੜ ਕੇ ਦਿਖਾ ਵਾਪਸ। ਮਹਾਤਮਾ ਬੁੱਧ ਕਹਿੰਦੇ, ਉਹ ਕਹਿੰਦਾ ਜੋੜ ਕੇ ਇਹ ਜੁੜੂਗੀ ਕਿਵੇਂ? ਕਹਿੰਦਾ ਫਿਰ ਤਾਂ ਤੂੰ ਕਮਜ਼ੋਰ ਹੈ। ਸ਼ਕਤੀਸ਼ਾਲੀ ਉਹ ਹੈ ਜਿਹੜਾ ਟੁੱਟਿਆਂ ਨੂੰ ਜੋੜਦਾ, ਪਰਮਾਤਮਾ ਨਾਲ ਮਿਲਾਪ ਕਰਾਉਂਦਾ, ਨਫ਼ਰਤ ਦੀ ਥਾਂ ਤੇ ਪਿਆਰ ਪੈਦਾ ਕਰਦਾ, ਉਹਨੂੰ ਅਸੀਂ ਸ਼ਕਤੀਸ਼ਾਲੀ ਕਹਿੰਦੇ ਆ। ਜਦੋਂ ਮਹਾਤਮਾ ਬੁੱਧ ਨੇ ਉਹਨੂੰ ਉਪਦੇਸ਼ ਦਿੱਤਾ ਉਹ ਪੈਰਾਂ 'ਚ ਪੈ ਗਿਆ। ਕਹਿੰਦਾ ਜੀ ਮਹਾਤਮਾ ਬੁੱਧ ਨੂੰ ਕਹਿੰਦਾ ਵੀ ਮੈਂ ਆਪਣੀ ਮਰਜ਼ੀ ਦੇ ਨਾਲ ਨਹੀਂ ਇਹ ਲੋਕਾਂ ਨੂੰ ਮਾਰ ਰਿਹਾ, ਉਂਗਲਾਂ ਵੱਢ ਰਿਹਾ, ਇਹ ਤਾਂ ਮੈਂ ਇੱਕ ਗੁਰੂ ਦੇ ਨਾਲ ਵਚਨ ਕੀਤਾ ਹੋਇਆ ਕਿ ਮੈਂ 1000 ਬੰਦੇ ਨੂੰ ਮਾਰ ਕੇ ਉਹਦੀਆਂ ਉਂਗਲਾਂ ਵੱਢ ਕੇ ਉਹਦੀ ਮਾਲਾ ਦੇਣਾ। ਸੋ ਇਸ ਕਰਕੇ ਮੈਂ ਤਾਂ ਗੁਰੂ ਦਕਸ਼ਨਾ ਮਜਬੂਰੀ 'ਚ ਕਰ ਰਿਹਾ। ਉਹ ਕਹਿੰਦਾ ਉਹ ਗੁਰੂ ਨਹੀਂ ਹੋ ਸਕਦਾ, ਗੁਰੂ ਕਦੇ ਹਥਿਆਰਾ ਨਹੀਂ ਹੋ ਸਕਦਾ, ਇਹ ਪਖੰਡੀ ਗੁਰੂ ਹੈ, ਇਹ ਨਕਲਚੀ ਗੁਰੂ ਹੈ ਜਿਹੜੇ ਪਹਿਰਾਵੇ ਵਧੀਆ ਪਾਉਂਦੇ ਨੇ, ਵਧੀਆ ਵਧੀਆ ਚੋਪੜੀਆਂ ਰੱਖਦੇ ਨੇ, ਜਹਾਜ਼ਾਂ 'ਚ ਕਾਰਾਂ 'ਚ ਘੁੰਮਦੇ ਨੇ, ਇਹਨਾਂ ਦੀ ਕਹਿਣੀ ਤੇ ਕਰਨੀ 'ਚ ਫਰਕ ਹੈ। ਸੋ ਜਿਹੜਾ ਗੁਰੂ ਹੁੰਦਾ ਲੋਕਾਂ ਨੂੰ ਜੋੜਦਾ, ਉਹਨੂੰ 1000 ਗਾਲ ਕੱਢੋ ਫਿਰ ਵੀ ਪਿਆਰ ਕਰਦਾ। ਇਹ ਨਹੀਂ ਵੀ ਜੇ ਉਹਨੂੰ ਕੋਈ ਕਿਸੇ ਨੇ ਕੁਐਸਚਨ ਕਰਤਾ ਤਾਂ ਆਪਣੇ ਚੇਲੇ ਚਾਪਟਿਆਂ ਨੂੰ ਕਹਿ ਦਿਓ ਵੀ ਚੱਕ ਦਿਓ ਉਹਨੂੰ ਫੱਟੇ, ਉਹਨੂੰ ਮਾਰ ਦਿਓ, ਉਹਨੂੰ ਦਰਖਤ ਜ਼ਮੀਨ 'ਚ ਕੱਢ ਦਿਓ ਵੀ ਇਹਦੀ ਹਵਾ ਹੀ ਨਾ ਆਵੇ, ਕੁਛ ਆਵੇ। ਉਹ ਗੁਰੂ ਨਹੀਂ ਹੁੰਦੇ, ਉਹ ਤਾਂ ਹਥਿਆਰੇ ਹੁੰਦੇ ਨੇ। ਗੁਰੂ ਤਾਂ ਹਮੇਸ਼ਾ ਪਿਆਰ ਵੰਡਣ ਆਉਂਦਾ। ਜਦੋਂ ਮਹਾਤਮਾ ਬੁੱਧ ਦੀ ਇਹ ਉਪਦੇਸ਼ ਸੁਣਿਆ ਉਹ ਪੈਰਾਂ ਪੈ ਗਿਆ, ਕਹਿੰਦਾ ਅੱਜ ਮੈਨੂੰ ਗਿਆਨ ਹੋ ਗਿਆ ਵੀ ਗੁਰੂ ਅਸਲੀ ਕੌਣ ਹੈ। ਤੇ ਉਸ ਤੋਂ ਬਾਅਦ ਉਹ ਮਹਾਤਮਾ ਬੁੱਧ ਦਾ ਚੇਲਾ ਬਣਿਆ। ਉਸ ਚੇਲੇ ਨੂੰ ਜਿਹਨੂੰ ਉਂਗਲੀ ਮਾਰ ਕਹਿੰਦੇ ਸੀ, ਪਤਾ ਉਹ ਮਹਾਤਮਾ ਬੁੱਧ ਨੇ ਕੀ ਨਾਮ ਰੱਖਿਆ? ਉਹਦਾ ਨਾਮ ਰੱਖਿਆ ਅਹਿੰਸਕ। ਅਹਿੰਸਕ ਸੀ, ਬੜਾ ਕਾਮਯਾਬ ਹੋਇਆ। ਹਿਸਟਰੀ ਆ, ਗੂਗਲ ਤੇ ਜਾ ਕੇ ਦੇਖ ਲਿਓ ਉਂਗਲੀ ਮਾਰ ਦੀ ਸਟੋਰੀ, ਬਹੁਤ ਅੱਖਾਂ ਭਰ ਜਾਣਗੀਆਂ ਗੱਲਾਂ ਸੁਣ ਸੁਣ ਕੇ ਵੀ ਅਸਲੀ ਗੁਰੂ ਕੌਣ ਹੁੰਦੇ ਨੇ, ਕਾਮਲ ਮੁਰਸ਼ਿਦ ਕੌਣ ਹੁੰਦੇ ਨੇ ਤੇ ਪਖੰਡੀ ਗੁਰੂ ਕੌਣ ਹੁੰਦੇ ਨੇ। ਜਿਹੜੇ ਪਖੰਡੀ ਜਿਹੜੇ ਗੁਰੂ ਹੁੰਦੇ ਨੇ, ਪੜ ਪੰਡਿਤ ਔਰਾਂ ਸਮਝਾਏ, ਘਰ ਜਲਤੇ ਕੀ ਖਬਰ ਨਾ ਪਾਏ,
वो इधरों किताबां पढ़ियां, वेदां शास्त्रियां पढ़ियां, गीता पढ़ी, ग्रंथ साहब पढ़े, उधरों पढ़ के गल्लां सुनाई जांदे ने। अगला कहंदा बहुत पहुंचिया हुआ है, पर अपने बारे वो जिहड़ा गल लोकां नूं उपदेश करदा है, अपने उत्ते वो इंप्लीमेंट नहीं करदा। ਜਿਹੜੇ ਇਹੋ ਜਿਹੇ ਪਖੰਡੀ ਗੁਰੂ ਹੁੰਦੇ ਨੇ ਨਾ, ਪਖੰਡ ਪਹਿਰਾਵੇ ਦਾ ਕਰਦੇ ਨੇ, ਕਿਤਾਬਾਂ 'ਚੋਂ ਪੜ੍ਹ ਕੇ ਸਮਝਾਉਂਦੇ ਨੇ, ਪਰ ਆਪ ਅਮਲ ਨਹੀਂ ਕਰਦੇ। रूहानी तरक्की की शेखी मारते हैं भी मेरे मैं तो जी परमात्मा ना मिला, बस मैनू कहो ना जी कुछ, मैनू ना कुछ कहो जी। लोग कही नहीं जी तो परमात्मा का रूप है, शेखी मारते हैं। उन्होंने कहनी तो करनी दे जमीन समान जिन्ना फर्क होंदा। देखो आ कोविड आया सी ना, कोविड जो अपने आया पंजाब के अंदर, ਜਿਹੜੇ अपने आप ਨੂੰ ਰੱਬ ਸਮਝਦੇ ਸੀਗੇ ਜਾਂ ਲੋਕ संगत ਸਮਝਦੀ ਵੀ ਤਾਂ ਰੱਬ ਦਾ ਰੂਪ ਹੀ ਹੈ, ਉਹ ਲੁਕੇ ਫਿਰਦੇ ਸੀ ਕਮਰਿਆਂ 'ਚ ਵੀ ਮੈਂ ਕਦੇ ਨੇੜੇ ਨਾ ਚਲੇ ਜਾਵਾਂ, ਮੈਨੂੰ ਕੋਵਿਡ ਨਾ ਹੋ ਜੇ। शीशियां च ला के मूहरे फिर सत्संग करते सीगे। सो वो जेडे आप नहीं अपनी जिंदगी प्रोटैक्ट कर सकते, वो साडी की जिंदगी नूं प्रोटैक्ट करनगे? वो किस तरह के पूर्ण संत हो सकते हैं? वो तो बस ड्रामेबाज होंदे ने। जिवें एक फौजी की मैं लाइट नोट सुना रहा। फौजी एक बंदा सीगा, उन्हें बिहार च अपने दोस्त नूं मिलण जाना सीगा। वो बस च बैठ गया, बस बैठिया जो जंगलों के कोलों दी बस जान लगी तो कंडक्टर ने ते ड्राइवर ने बस रोकती, कहंदे भाई साहब ਆਪਾਂ रात ਨੂੰ ਇੱਥੇ ਰੁਕਾਂਗੇ, ਆਪਾਂ ਨਹੀਂ ਅੱਗੇ ਜਾਣਾ। फौजी ਕਹਿੰਦਾ ਕਿਉਂ ਨਹੀਂ ਜਾਣਾ? ਉਹ ਕਹਿੰਦੇ ਜੰਗਲ 'ਚ ਖੁੰਖਾਰ ਡਾਕੂ ਨੇ, ਉਹ ਆਪਾਂ ਨੂੰ ਲੁੱਟ ਲੈਣਗੇ, ਆਪਾਂ ਨੂੰ ਮਾਰ ਦੇਣਗੇ, ਇਸ ਕਰਕੇ ਜਦੋਂ ਸਵੇਰ ਹੋਊਗੀ ਨਾ ਫੇਰ ਜਾ ਆਪਾਂ ਬੱਸ ਚਲਾਵਾਂਗੇ। ਤੇ फौजी ਸਾਹਿਬ ਆਕੜ ਗਏ। ਪਖੰਡੀ ਸਾਰੇ ਫੌਜੀਆਂ ਨੂੰ ਨਹੀਂ ਕਹਿੰਦਾ ਮੈਂ, ਕੁਝ ਪਖੰਡੀ ਸਾਧੂਆਂ ਨੂੰ ਕਹਿ ਰਿਹਾ, ਸਾਰੇ ਨਹੀਂ ਹੁੰਦੇ, ਕੁਝ ਹੁੰਦੇ ਨੇ, ਕੁਝ ਬਹੁਤ ਪਹੁੰਚੇ ਹੁੰਦੇ ਨੇ, ਬਹੁਤ ਮਹਾਰਾਜ ਜੀ ਵਰਗੇ ਹੁੰਦੇ ਨੇ ਪਹੁੰਚੇ ਵੇ, ਤੇ ਬਾਕੀ ਪਖੰਡੀ ਤਾਂ ਇੱਟ ਚੱਕੋ ਪਖੰਡ ਨਿਕਲਦੇ ਨੇ। ਉਸ ਲਈ फौजी ਸਾਹਿਬ ਕਹਿੰਦੇ ਕੰਡਕਟਰ ਨੂੰ, ਉਹ ਕਹਿੰਦੇ ਯਾਰ ਕੀ ਗੱਲ ਕਰੀਏ ਨਾ, ਰਾਤ ਨੂੰ ਨਹੀਂ ਆਪਾਂ ਰੁਕਣਾ, ਤੂੰ ਬੱਸ ਚਲਾ ਲਾ। ਮੈਂ ਫੌਜ 'ਚ ਇੰਨੀਆਂ ਲੜਾਈਆਂ ਲੜੀਆਂ, ਮੇਰੇ ਕੋਲੇ ਬੰਦੂਕ ਹੈ, ਕਿਹੜਾ ਬੰਦਾ ਅੱਗੇ ਆ ਜਾਊਗਾ? ਮੈਂ ਫੱਟ ਤੈਨੂੰ ਗੋਲੀ ਮਾਰ ਕੇ ਮਾਰ ਦੂੰ, ਚੱਲ ਬਸ। ਜਦੋਂ ਉਹਨੇ ਜ਼ੋਰ ਨਾਲ ਕਿਹਾ ਵੀ ਹੈ ਤਾਂ ਫੌਜੀ, ਇੰਨੀਆਂ ਜੰਗਾਂ ਕਹਿੰਦਾ ਮੈਂ ਲੜੀਆਂ ਨੇ, ਉਹਨੇ ਬੱਸ ਚਲਾ ਲਈ। ਜਦੋਂ ਜੰਗਲ 'ਚ ਨਿਕਲੀ ਤੇ ਡਾਕੂ ਆ ਗਏ। ਜਦੋਂ ਡਾਕੂ ਆਏ ਤੇ ਉਹਨਾਂ ਨੇ ਬੱਸ ਘੇਰ ਲਈ ਤੇ ਡਰਾਈਵਰ ਕਹਿੰਦਾ फौजी साहब डाकू आ गए। वो कहता हाले आए ही ने, घबराने क्यों, कुछ किता तो नहीं? वो कहता भी ठीक है। डाकू बस चढ़ गए। वो कहते फौजी साहब बस चढ़ गए। कहते बस ही चढ़े ने, हाले की होया, कुछ किता तुहानू? डाकुआं ने हुक्म करता इन्हां दा समान लुट लो। वो जो समान सारा कोई पोटलियां जो भी सी, लोगों के कपड़े कुपड़े जे ला ले, उन्होंने सोने च गहने ला ले। तो ड्राइवर ने फिर क्या कहता फौजी साहब हुण तां इन्हां ने लुट ले। कहता लुटिया ही है, हाले कित्थे चले ने? जो चले ने बस उतरी, उतर गए। कहते फौजी साहब तां लै चले सारे, कहते लै ही गए, जान तां बच गई, कोई गोली तां नहीं चलाई। सो इस जे बंदे ड्रामेबाज होंदे ने, इस तरह के पखंडी साधु। इसे तरह ही जिवें आपां दी होर एग्जाम्पल दे लो भी, दो दोस्त सीगे। एक दोस्त कहंदा यार तू फिक्र ना कर, जे किते तैनूं विपता पई ना, जे शेर भी सामने आ गया तैनूं नहीं मैं खाण दिंदा, मूहरे हो के आप पहला मरूंगा, आप टाका करूंगा, फिर तैनूं मैं शेर तेरे कोल करूंगा। कहंदा अच्छा। वो बड़ा खुश होया भी मेरा तो बड़ा सिंसीयर फ्रेंड है, मेरे तो दुख सुख च काम आऊगा। वो बल्कि उन्होंने लंच ते चाह चूह ते लैके जाया करे। एक दिन कुदरती वो इकट्ठे आ रहे थे, मूहरों गली चों कुत्ता भौंकदा आ गया जबरदस्त। जो कुत्ता भौंकिया जोर दी, हाँ जी, तो वह सीगा मूहरे ते दोस्त सीगा पिछे। तो जे देखिया कुत्ता झपट के आ रहा, हुण दोस्त नूं मारिया धक्का, मूहरे करता, आप पिछे ही भज गया। तो कुत्ते ने उहदी फड़ी लत्त फड़ी तो चक चुक मारे, खून निकलिया आया। तो जो खून निकलिया आया, चलो कुत्ता छड़ गया, लोगों ने छड़ाता सूटियां मार के। तो वह बेचारा डॉक्टर दे जाके टीके टूके लवा के वो दोस्त नूं मिलिया। कहंदा यार तू मेरे नाल चंगी कीती, तू तां कहंदा सीगा जे शेर आ जे मैं मूहरे होऊंगा फिर तैनूं मरन देऊंगा, मैं शेर दे मूहरे आकड़ के खड़ जूंगा। ते अज कुत्ता आया तू तां भज ही गया मैनूं धक्का मार के। वो कहंदा गल सुण, एवें ना कह मैनूं, मैं तैनूं कहा सीगा उहदे उत्ते, मैं हाले भी कायम आ। मैं तैनूं कहा सी जे शेर आऊगा ना फिर मैं मूहरे खड़ूंगा, पर मैं ये तां कुत्ता सी, कुत्ते दे मूहरे थोड़ा कि मैं शेर की गल कीती सी। सो इहो जिहे पखंड ड्रामेबाजी अजकल ये बथेरे अपने पंजाब दे विच ते इंडिया दे विच पखंडी साधु ने। सो इन्हां तो बच के रहण दी लोड़ है। पर जे कोई सच्चा कामल मुर्शद मिल जे, उहदे नाल जिंदगी बदल सकदी है, क्योंकि उहदी कहनी ते करनी च फर्क हुंदा है। ਉਹ ਇੱਕ ਵਾਰੀ ਜਿਹੜੀ ਗੱਲ ਕਹਿ ਦੇ ਨਾ, ਜਿਵੇਂ ਪਲਟੂ ਸਾਹਿਬ ਕਹਿੰਦੇ ਨੇ, ਉਹ ਫਿਰ ਪੱਥਰ ਤੇ ਲਕੀਰ ਹੁੰਦੀ ਹੈ। ਇਹ ਨਹੀਂ ਤੀਜੇ ਕੁ ਮਹੀਨੇ ਕੁਛ ਕਹਤਾ, 6ਵੇਂ ਕੁ ਮਹੀਨੇ ਕੁਛ ਕਹਤਾ, ਉਹ ਸੰਗਤ ਉਸੇ ਤਰ੍ਹਾਂ ਲੱਗੀ ਹੁੰਦੀ ਹੈ। ਉਹ ਕਹਿੰਦੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ। ਜਿਹੜੇ ਦੋ ਸੰਤ ਪਹਿਲਾਂ ਆਪਣੇ ਹਿੰਦੁਸਤਾਨ ਜੇਲ੍ਹਾਂ 'ਚ ਬੈਠੇ ਨੇ, ਉਹਨਾਂ ਦੀ ਸੰਗਤ ਕਹਿੰਦੀ ਨਹੀਂ ਜੀ ਇਹ ਤਾਂ ਹੋਈ ਨਹੀਂ, ਨਜਾਇਜ਼ ਹੋ ਰਹੀ ਹੈ। ਸੰਗਤ ਕਹਿੰਦੀ ਉਹਨਾਂ ਨੂੰ ਹੋਰ ਵੀ ਉਹਨਾਂ ਦਾ ਬੇੜਾ ਗਰਕ ਕਰ ਦਿੰਦੀ ਹੈ ਜਦੋਂ ਇਨਵੇਂ ਝੂਠੀਆਂ ਤਾਰੀਫਾਂ ਕਰਦੀਆਂ। ਨਾ ਉਹਨਾਂ ਨੇ ਤਰਨਾ ਹੁੰਦਾ, ਨਾ ਸੰਗਤ ਨੇ ਤਰਨਾ ਹੁੰਦਾ। ਮੈਂ ਸਾਰੀ ਸੰਗਤ ਨਹੀਂ, ਜਿਹੜੇ ਮਿਹਨਤ ਕਰਦੇ ਨੇ ਉਹ ਤਰ ਜਾਂਦੇ ਨੇ, ਜਿਹੜੇ ਐਵੇਂ ਪਿੱਛੇ ਉਹਨਾਂ ਦੇ ਚੇਲੇ ਚਾਪਟੇ ਜੇ ਲੱਗੇ ਹੁੰਦੇ ਨੇ ਸੇਵਾ ਕਰਕੇ, ਇਹਦੀ ਸੇਵਾ ਬੰਦ ਕਰ ਦਿਓ, ਉਹਦੀ ਕਰ ਦਿਓ, ਇਹਦੀ ਕਰ ਦਿਓ, ਇਹਨੂੰ ਨਹੀਂ ਪਾਉਣ ਦੇਣਾ, ਉਹਨੂੰ ਨਹੀਂ ਬੁਲਾਉਣ ਦੇਣਾ। ਜਿਹੜੇ ਪੂਰਨ ਗੁਰੂ ਹੁੰਦੇ ਨੇ ਨਾ, ਉਹਨਾਂ ਨੂੰ ਤਾਂ 10-10 ਗਾਲਾਂ ਕੱਢੋ,
50-50 ਗਾਲਾਂ ਕੱਢੋ ਫਿਰ ਵੀ ਉਹ ਗਲੇ ਨਾਲ ਲਾਉਂਦੇ ਨੇ, ਕਿਉਂਕਿ ਉਹਨਾਂ ਨੂੰ ਆਤਮਾ 'ਚ ਪਤਾ ਵੀ ਇਹ ਉੱਪਰੋਂ ਗਾਲਾਂ ਕੱਢਦਾ, ਵਿੱਚੋਂ ਤਾਂ ਇਹਦੀ ਆਤਮਾ ਸਾਫ਼ ਹੈ, ਇਹਨੂੰ ਨੇੜੇ ਲਿਆ ਕੇ ਪਰਮਾਤਮਾ ਨਾਲ ਮਿਲਾਪ ਕਰਨਾ। ਹਿਸਟਰੀ ਦੇ ਵਿੱਚ ਹਜ਼ਾਰਾਂ ਲੱਖਾਂ ਐਗਜ਼ਾਮਪਲਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਸੰਤ ਮਹਾਤਮਾ ਨੂੰ ਗਾਲਾਂ ਕੱਢਦੇ, ਇੱਟਾਂ ਮਾਰਦੇ, ਪੱਥਰ ਮਾਰਦੇ ਸੀਗੇ, ਇੱਕ ਦਿਨ ਉਹ ਪੂਰਨ ਭਗਤ ਬਣ ਗਏ। ਪਰ ਜੇ ਕਿਉਂ ਭਗਤ ਬਣ ਗਏ? ਕਿਉਂਕਿ ਉਹ ਮੂਹਰੋਂ ਕਾਮਲ ਮੁਰਸ਼ਿਦ ਸੀ। ਜੇ ਨਕਲੀ ਮੁਰਸ਼ਿਦ ਹੋਵੇ ਫਿਰ ਚੇਲਿਆਂ ਨੂੰ ਇਸ਼ਾਰਾ ਕਰ ਦਿੰਦੇ ਨੇ, ਮੈਨੂੰ ਕੱਢੋ ਸੇਵਾ ਤੋਂ ਬਾਹਰ, ਇਹਨੂੰ ਆਉਣ ਨਾ ਦਿਓ, ਇਹਨੂੰ ਬੁਲਾਉਣ ਨਾ ਦਿਓ, ਇਹਨੂੰ ਉੱਥੇ ਜ਼ਮੀਨ ਥੱਲੇ ਦੱਬ ਦਿਓ, ਉਹਦੇ ਉੱਤੇ ਬੂਟਾ ਲਾ ਦਿਓ, ਸੰਗਤ ਨੂੰ ਕਹਿ ਦਿਓ ਐਂ ਮਰ ਗਿਆ, ਟਰੱਕ ਥੱਲੇ ਮਰ ਗਿਆ। ਹਜ਼ਾਰਾਂ ਕਹਾਣੀਆਂ, ਲੱਖਾਂ ਕਹਾਣੀਆਂ ਆਪਾਂ ਅੱਜ ਦੇ ਕਲਯੁੱਗ ਦੇ ਜ਼ਮਾਨੇ ਸੁਣਦੇ ਹਾਂ। ਸੋ ਤਰੱਕੀ ਉਦੋਂ ਹੀ ਹੋਣੀ ਹੈ, ਤਰੱਕੀ ਉਦੋਂ ਹੀ ਹੋਣੀ ਹੈ ਜਦੋਂ ਅਸੀਂ ਕਾਮਲ ਮੁਰਸ਼ਿਦ ਨੂੰ ਮਿਲਾਂਗੇ। ਕਾਮਲ ਮੁਰਸ਼ਿਦ ਦੀ ਬਹੁਤ ਵੱਡੀ ਇੰਪੋਰਟੈਂਸ ਹੈ। ਕਾਮਲ ਮੁਰਸ਼ਿਦ ਕਰਮਾਂ ਨਾਲ ਹੀ ਮਿਲਦਾ ਹੈ। ਕਾਮਲ ਮੁਰਸ਼ਿਦ ਤੋਂ ਬਹੁਤ, ਕਿਉਂਕਿ ਲੌਜਿਕ ਬੜੀ ਹੈ। ਕਈ ਵਾਰੀ ਕਹਿੰਦੇ ਨੇ ਵੀ ਦੇਖੋ ਜੀ ਜਿਹੜਾ ਗੁਰੂ ਹੈ ਇਹ ਕਾਮਲ ਮੁਰਸ਼ਿਦ ਦੀ ਚੋਣ ਹੈ ਤੇ ਉਹ ਪਰਫੈਕਟ ਮਾਸਟਰ ਤੇ ਇਹਦੀ ਗਲਤ ਕਿਵੇਂ ਚੋਣ ਹੋ ਸਕਦੀ ਹੈ? ਨਹੀਂ ਨਹੀਂ ਨਹੀਂ, ਹਿਸਟਰੀ ਨੂੰ ਪੜ੍ਹ ਕੇ ਦੇਖੋ, ਇਹ ਗੱਲ ਨਹੀਂ ਹੈ। ਕਿਉਂਕਿ ਭਾਣਾ ਤਾਂ ਉਹਦਾ, ਕਾਮਲ ਮੁਰਸ਼ਿਦ ਨੇ ਗੱਦੀ ਦੇਤੀ ਪਰ ਉਹਨੇ ਉਹਨੂੰ ਕਾਇਮ ਨਹੀਂ ਰੱਖਿਆ। ਜੇ ਕਾਇਮ ਨਹੀਂ ਰੱਖਿਆ ਤੇ ਉਹ ਇਸੇ ਚੀਜ਼ ਦਾ ਫਾਇਦਾ ਲਈ ਜਾਂਦਾ ਕਿ ਮੇਰੇ ਕਾਮਲ ਮੁਰਸ਼ਿਦ, ਉਹਨੇ ਮਿਹਨਤ ਕਾਮਲ ਮੁਰਸ਼ਿਦ ਨੇ ਕੀਤੀ, ਬੇੜਾ ਇਹਨੇ ਡਬੋਤਾ। ਸੋ ਬੇੜਾ ਡਬੋਤਾ, ਹੌਲੀ ਹੌਲੀ ਬੇੜਾ ਇਹੋ ਜਿਹਾ ਡੁੱਬ ਜਾਣਾ, ਫਿਰ ਉਹ ਰੂਹਾਨੀਅਤ ਉੱਡ ਜਾਂਦੀ ਹੈ, ਫਿਰ ਉਹੀ ਲੜਾਈ ਝਗੜੇ ਸ਼ੁਰੂ ਹੋ ਜਾਂਦੇ ਨੇ। ਹਾਂਜੀ, ਸੋ ਕਾਮਲ ਮੁਰਸ਼ਿਦ ਬੜੀ ਕਿਸਮਤ ਨਾਲ ਮਿਲਦਾ ਹੈ, ਮਿਹਨਤ ਨਾਲ ਮਿਲਦਾ ਹੈ। ਔਰ ਉਹਦੀ ਗੱਲ, ਜਿਹੜੀ ਗੱਲ ਕਹਿ ਦੇ ਨਾ, ਸੁਪਨੇ 'ਚ ਵੀ ਕਹਿ ਦੇ, ਉਹ ਵੀ ਪੱਥਰ ਤੇ ਲਕੀਰ ਹੁੰਦੀ ਹੈ। ਤੇ ਉਹਦੇ ਨਾਲ, ਉਹਦੇ ਕੋਲੇ ਬੈਠਣ ਨਾਲ, ਉਹਦਾ ਉਪਦੇਸ਼ ਸੁਣਨ ਦੇ ਨਾਲ ਤੁਹਾਡੇ ਅੰਦਰ ਠੰਡ ਪੈਂਦੀ ਹੈ। ਹਾਸਾ ਮਜ਼ਾਕ ਨਹੀਂ ਪੈਂਦਾ ਕਿ ਮਖੌਲ ਕਰੀ ਚਲੋ, ਟੀਚਰਾਂ ਹੀ ਕਰੀ ਚਲੋ, ਇੱਧਰ ਵੀ ਜਾਏ ਉੱਧਰ ਹੀ ਚਲੋ, ਇੱਥੇ ਜਾ ਕੇ ਕੁਛ ਕਹਤਾ, ਗੁਰਦੁਆਰੇ ਜਾ ਕੇ ਕੁਛ ਕਹਤਾ, ਮੰਦਿਰ ਜਾ ਕੇ ਕੁਛ ਕਹਤਾ, ਉਹ ਕਦੇ ਅੱਤਵਾਦੀਆਂ ਕੋਲੇ ਜਾ ਕੇ ਕੁਛ ਕਹਤਾ, ਪੋਲੀਟੀਸ਼ੀਅਨਾਂ ਕੋਲੇ ਕੁਛ ਕਹਤਾ, ਸਤਸੰਗ ਜਾਣ ਲੱਗੇ ਕੁਛ ਕਹਤਾ। ਉਹ ਆਪ ਹੀ ਕਨਫਿਊਜ਼ਡ ਹੈ, ਕਿਉਂਕਿ ਜੇ ਉਹਦੇ 'ਚ ਰੂਹਾਨੀਅਤ ਕੁੱਟ-ਕੁੱਟ ਕੇ ਭਰੀ ਹੋਊ ਤਾਂ ਫਿਰ ਸਿਰਫ ਰੂਹਾਨੀ ਗੱਲਾਂ ਕਰੂਗਾ, ਨਹੀਂ ਤਾਂ ਉਹ ਪਖੰਡ ਕਰੀ ਜਾਊਗਾ। ਤੇ ਉਹੀ ਜੀ ਸੰਗਤ ਹੁੰਦੀ ਹੈ, ਉਹ ਤਾਂ ਹੀ ਉਹਦਾ ਕੰਮ ਚੱਲਦਾ। ਜੇ ਸੰਗਤ ਥੋੜਾ ਸਮਝ ਕੇ ਕੋਸ਼ਿਸ਼ ਕਰੇ, ਇੰਨੀ ਕੁ ਗੱਲ ਸਮਝਣ ਦੀ ਲੋੜ ਹੈ। ਕਾਮਲ ਮੁਰਸ਼ਿਦ ਨੇ ਜੇ ਤੁਹਾਨੂੰ ਨਾਮਦਾਨ ਦੇਤਾ, ਅੰਮ੍ਰਿਤ ਛਕਾਤਾ, ਉਸ ਤੋਂ ਜਦ ਤੁਸੀਂ ਧਾਰਮਿਕ ਪੁਸਤਕਾਂ ਪੜ੍ਹਦੇ ਹੋ, ਪੜ੍ਹ ਕੇ ਧਿਆਨ ਨਾਲ ਪੜ੍ਹੋ, ਉਹਦੇ ਤੇ ਅਮਲ ਕਰੋ। ਜਿੰਨਾ ਚਿਰ ਅਮਲ ਨਹੀਂ ਕਰਦੇ, ਅਮਲ ਅਸੀਂ ਕਰਦੇ ਨਹੀਂ, ਮਗਰ ਗੇੜੇ ਮਾਰੀ ਜਾਂਦੇ ਹਾਂ, ਟੀਚਰ ਦੇ ਮਗਰ ਗੇੜੇ ਮਾਰੀ ਚੱਲੋ। ਪੜ੍ਹਨਾ ਹੈ ਨਹੀਂ ਵੀ ਟੀਚਰ ਪਾਸ ਕਰਾ ਦੂਗਾ, ਇੱਕ ਅੱਧੀ ਵਾਰ ਤਾਂ ਸ਼ਾਇਦ ਨਕਲ ਨੁਕਲ ਮਰਵਾ ਕੇ ਪਾਸ ਕਰਾ ਦੂ, ਪਰ ਅੱਗੇ ਜਾ ਕੇ ਫਸ ਜਾਓਗੇ। ਸੋ ਇਸ ਕਰਕੇ ਸਾਨੂੰ ਕਾਮਲ ਮੁਰਸ਼ਿਦ ਨੂੰ ਸਮਝਣ ਦੀ ਲੋੜ ਹੈ ਤੇ ਉਹਦੇ ਉੱਤੇ ਅਮਲ ਕਰਨ ਦੀ ਲੋੜ ਹੈ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਕਿ ਇਹ ਨਹੀਂ ਹੈ ਕਿ ਜਿਵੇਂ ਕਾਮਲ ਮੁਰਸ਼ਿਦ ਹੁੰਦਾ ਹੀ ਨਹੀਂ ਕੋਈ। ਸੰਤ ਨਾ ਹੋਤੇ ਜਗਤ ਮੇਂ ਤੋ ਜਲ ਮਰਤਾ ਸੰਸਾਰ। ਕਾਮਲ ਮੁਰਸ਼ਿਦ ਇਸ ਦੁਨੀਆ ਦੇ ਵਿੱਚ ਸਦਾ ਆਉਂਦੇ ਰਹੇ ਨੇ ਤੇ ਆਉਂਦੇ ਰਹਿਣਗੇ। ਸੋ ਸਾਨੂੰ ਉਹਨਾਂ ਦੀ ਟੀਚਿੰਗ, ਚੰਗੇ ਗੁਣ ਸਿੱਖ ਕੇ ਉਹਦੇ ਉੱਤੇ ਅਮਲ ਕਰਨ ਦੀ ਲੋੜ ਹੈ। ਜਦੋਂ ਅਸੀਂ ਅਮਲ ਕਰ ਲੈਂਦੇ ਹਾਂ, ਅੰਦਰਲਾ ਪਰਦਾ ਅਸੀਂ ਖੋਲ੍ਹ ਲੈਂਦੇ ਹਾਂ ਤੇ ਫਿਰ ਸਾਡੀ ਕਮਾਈ ਹੋ ਜਾਂਦੀ ਹੈ। ਫਿਰ ਸਾਨੂੰ ਬਾਗੋ ਬਾਗ ਅਸੀਂ ਅੰਦਰੋਂ ਹੁੰਦੇ ਹਾਂ। ਫਿਰ ਸਾਨੂੰ ਭੀੜ ਭੜੱਕੇ ਦੇ ਵਿੱਚ, ਸਤਸੰਗਾਂ ਦੇ ਵਿੱਚ ਜਾ ਕੇ, ਸੇਵਾ ਜਾ ਕੇ ਕਰਨ ਦੀ ਕੀ ਲੋੜ? ਸਾਨੂੰ ਤਾਂ ਘਰੇ ਤੁਹਾਡੇ ਰਾਮ ਤੁਹਾਡੇ ਘਰੇ ਬੈਠਾ, ਪਰਮਾਤਮਾ ਤੁਹਾਡੇ ਘਰੇ ਬੈਠਾ, ਤੁਹਾਨੂੰ ਇੱਧਰ ਉੱਧਰ ਲੋਕਾਂ 'ਚ ਜਾ ਕੇ ਕਰਨ ਦੀ ਕੀ ਲੋੜ ਹੈ? ਨਜ਼ਾਰੇ ਤੁਹਾਨੂੰ ਘਰੇ ਆਉਂਦੇ ਨੇ, ਖੁਸ਼ੀ ਤੁਹਾਨੂੰ ਘਰੇ ਆਉਂਦੀ ਹੈ, ਬਾਹਰ ਕੀ ਲੋੜ ਹੈ? ਬਾਹਰ ਤਾਂ ਉਹੀ ਹੈ ਡਰਾਮੇਬਾਜ਼ੀ ਕਰਨ, ਜੋ ਮਰਜ਼ੀ ਚਲੇ ਜਾਓ। ਚਾਹੀਦਾ ਤਾਂ ਇਹ ਹੈ ਜੇ ਸੇਵਾ ਤੇ ਚੱਲੇ ਹਾਂ, ਜੇ ਸੇਵਾ ਤੇ ਆਪਾਂ ਗਏ ਹਾਂ ਤਾਂ ਉਹਦੇ ਵਿੱਚ ਸਾਨੂੰ ਹਲੀਮੀ ਹੋਵੇ। ਜੇ ਸੇਵਾ ਜਾ ਕੇ ਨਿੰਦਿਆ ਚੁਗਲੀ ਕਰਨੀ ਹੈ ਤਾਂ ਸਾਗ ਹੀ ਚੋਰੀਆਂ ਤੋੜ ਲਿਆਉਣਾ। ਹਾਂਜੀ, ਇੱਧਰੋਂ ਗੱਲ ਕਰ ਲਈ, ਚੋਰੀ ਕਰ ਲਈ, ਮਾੜੇ ਦੀ ਨਹੀਂ ਦੇਖਣੇ, ਬਜ਼ੁਰਗ ਨਹੀਂ ਦੇਖਣਾ, ਉਮਰ ਨਹੀਂ ਦੇਖਣੀ। ਜੇ ਚੌਧਰ ਮਿਲ ਗਈ ਜਿਹਦੀ ਮਰਜ਼ੀ ਬੇਇੱਜ਼ਤੀ ਕਰੀ ਚਲੋ, ਉਹਨੇ ਤਰੱਕੀ ਦਾ ਕੀ ਕਰਨੀ ਹੈ? ਉਹਨੇ ਤਾਂ ਨਰਕ 'ਚ ਹੀ ਜਾਣਾ। ਇਹ ਗੱਲ ਪੱਕੀ ਹੈ। ਤੁਸੀਂ ਐ ਨਾ ਕਿ ਮੈਂ ਸਖਤ ਸ਼ਬਦ ਕਹਤੇ, ਮੈਂ ਕਿਸੇ ਨੂੰ ਨਹੀਂ ਕਹਿੰਦਾ, ਮੈਂ ਆਪਣੇ ਆਪ ਤੇ ਲਾਗੂ ਕਰਦਾ, ਇਹ ਹਕੀਕਤ ਹੈ। ਕਿਉਂਕਿ ਸਾਡਾ ਦਿਲ ਕਰ ਲੈ ਸਾਫ਼, ਜੇ ਮਾਲਕ ਨਾਲ ਦੀਦਾਰ ਚਾਹੀਦਾ ਆਪਣੇ ਅੰਦਰ। ਵੀ ਹੈਵ ਟੂ ਰੀਅਲਾਈਜ਼ ਅਵਰ ਸੈਲਫ, ਨੋ ਥਾਈ ਸੈਲਫ। ਰਾਤ ਨੂੰ ਬੈਠੋ, ਰਾਤ ਨੂੰ ਜਦੋਂ ਸੌਂਦੇ ਆ, ਸਵੇਰੇ ਉੱਠਦੇ ਆ, 1 ਮਿੰਟ 2 ਮਿੰਟ ਇਹ ਦੇਖੋ ਕਿ ਮੈਂ ਜੋ ਕੁਝ ਕਰ ਰਿਹਾ ਮੈਨੂੰ ਦੇਖ ਰਿਹਾ ਸੀ ਪਰਮਾਤਮਾ। ਮੈਂ ਕਿਸੇ ਨੂੰ ਕੀ ਬੋਲਿਆ, ਕਿਸੇ ਨਾਲ ਕੀ ਫੈਸਲਾ ਕੀਤਾ, ਕਿਸੇ ਦੀ ਸੇਵਾ ਕਿਉਂ ਬੰਦ ਕੀਤੀ, ਕਿਸੇ ਦੀ ਸੇਵਾ ਕਿਉਂ ਲਾਈ, ਕਿਸੇ ਨੂੰ ਸਤਸੰਗ ਕਿਉਂ ਦਿੱਤਾ, ਕਿਸੇ ਨੂੰ ਰੋਟੀ ਖਾਣ ਲੱਗੇ ਕਿਉਂ ਝਿੜਕਿਆ, ਕਿਸੇ ਦੀ ਮੈਂ ਬੇਇੱਜ਼ਤੀ ਕਿਉਂ ਕੀਤੀ। ਕੀ ਕੰਮ ਸਰਸਾ ਦਾ ਸੀ? ਕੀ ਰੂਹਾਨੀਅਤ ਦੇ ਵਿੱਚ ਜਿਹੜੀ ਹੈ ਉਹਦੇ ਵਿੱਚ ਇਹ ਗੱਲਾਂ ਸਾਰੀਆਂ ਜਾਇਜ਼ ਨੇ? ਜੇ ਨਹੀਂ ਹੈ ਤਾਂ ਉਸ ਕੁੱਲ ਮਾਲਕ ਤੋਂ, ਪਰਮਾਤਮਾ ਤੋਂ ਮਾਫੀ ਮੰਗੋ। ਉਹ ਬਖਸ਼ਦਾ ਸੱਚੇ ਦਿਲੋਂ ਹੋਵੇ ਤੇ ਅੱਗੇ ਤੋਂ ਤੋਬਾ ਕਰ ਲਓ, ਨਾ ਕਰੋ ਬਸ। ਫਿਰ ਪਰਦਾ ਸਾਡਾ ਹੌਲੀ ਹੌਲੀ ਸਾਫ਼ ਹੋ ਜਾਊਗਾ, ਅਸੀਂ ਅੰਦਰ ਚੜ੍ਹਾਈ ਕਰ ਲਾਂਗੇ। ਮੇਰੇ ਖਿਆਲ ਟਾਈਮ ਸਮਾਪਤੀ ਵਾਲਾ ਕਿੰਨਾ ਕੁ ਹੈ? 5 ਮਿੰਟ ਪਏ ਨੇ। ਸੋ ਆਪਾਂ ਗੱਲ ਨੂੰ ਇਹਨੂੰ ਹੀ ਕੰਟੀਨਿਊ ਕਰ ਲੈਣਾ। ਮੈਂ ਇਹੀ ਗੱਲ ਕਹਿਣਾ ਚਾਹੁੰਦਾ, ਇੱਕ ਗੱਲ ਤੁਹਾਨੂੰ ਮੈਂ ਹੋਰ ਬੇਨਤੀ ਕਰਨਾ ਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਆਪਣਾ YouTube ਤੇ ਵੀ ਆਉਂਦਾ ਤੇ Facebook ਤੇ ਵੀ ਆਉਂਦਾ। YouTube ਦੇ ਉੱਤੇ ਤੁਸੀਂ ਮੇਰਾ ਨਾਂ ਹੀ ਪਾਉਣਾ, ਡਾਕਟਰ ਨਰਿੰਦਰ ਰਵੀ ਗੋਇਲ। YouTube ਦੇ ਉੱਤੇ ਸਾਰੇ ਚੈਨਲ ਜਿੰਨੇ ਵੀ 3-4 ਸਾਲਾਂ ਦੇ ਨੇ, ਚਾਹੇ ਉਹ ਰੂਹਾਨੀਅਤ ਨੇ, ਚਾਹੇ ਉਹ ਪੋਲੀਟੀਕਲ ਨੇ, ਚਾਹੇ ਉਹ ਮੈਡੀਕਲ ਫੀਲਡ ਦੇ ਨੇ, ਸਾਰੇ ਤੁਹਾਨੂੰ ਉੱਥੋਂ ਨਜ਼ਰ ਆ ਜਾਣਗੇ। ਐਸੇ ਤਰ੍ਹਾਂ YouTube ਦੇ ਵਿੱਚ ravigoyal.ca ਪਾ ਲਓ, ਉੱਥੇ ਦੇਖ ਸਕਦੇ ਹੋ। ਈਵਨ ਦਾ
ਮੇਰੇ ਕੋਲੇ ਮੇਰੀ ਵੈਬਸਾਈਟ ਵੀ ਹੈ ਰਵੀ ਗੋ ਡਾਕਟਰ ਨਰਿੰਦਰ ਰਵੀ ਗੋਇਲ। ਉਹ ਵੈਬਸਾਈਟ ਤੇ ਜਾ ਕੇ ਵੀ ਜਿੰਨੇ ਵੀ ਤੁਹਾਡੇ ਟੀਵੀ ਜਾਂ ਰੇਡੀਓ ਪ੍ਰੋਗਰਾਮ ਨੇ ਉੱਥੇ ਰਿਕਾਰਡ ਕੀਤੇ ਹੋਏ ਨੇ, ਮੇਰੀ ਆਪਦੀ ਹਿਸਟਰੀ ਦੇ ਬਾਰੇ ਹੈ। ਤੁਸੀਂ ਕੋਈ ਵੀ ਕਮੈਂਟ ਦੇਣਾ ਜ਼ਰੂਰ ਦਿਓ, ਪਿਆਰ ਨਾਲ ਦਿਓ। ਗੱਲ ਲੈਂਗੁਏਜ ਸਾਫ਼ ਰੱਖੋ। ਜੇ ਗਾਲ ਵੀ ਕੱਢਣੀ ਹੈ ਤਾਂ ਵੀ ਚੰਗੀ ਤਰ੍ਹਾਂ ਹੌਲੀ ਪੋਲੀ ਜੀ ਕੱਢ ਲਓ ਤਾਂ ਕਿ ਗੱਲ ਨੂੰ ਮਜ਼ਾ ਆਵੇ। ਉਹ ਮੂੰਹ ਭਰ ਕੇ ਵੱਡੀ ਸਾਰੀ ਗਾਲ ਕੱਢਣਾ ਕੋਈ ਕਿਸੇ ਦੇ ਅਸਰ ਨਹੀਂ ਹੁੰਦਾ, ਆਪਣੇ ਕਰਮਾਂ ਦਾ ਬੋਝਾ ਚੱਕਦੇ ਆ। ਸੋ ਲੈਂਗੁਏਜ ਥੋੜ੍ਹੀ ਜਿਹੀ ਨਫੀਸ ਰੱਖ ਲਓ, ਵਧੀਆ ਹੁੰਦੀ ਹੈ। ਪਰ ਇਹ ਵੀ ਗੱਲ ਮੈਂ ਕਹਿੰਦਾ ਜ਼ਿਆਦਾ ਮਿੱਠਾ ਬੋਲਣਾ ਮਿੱਠਾ ਵਧੀਆ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਮਿੱਠਾ ਬੋਲਣਾ ਬਹੁਤ ਵਧੀਆ ਗੱਲ ਹੈ, ਪਰ ਜੇ ਮਿੱਠੇ ਬੋਲ ਦੇ ਵਿੱਚ ਸ਼ੈਤਾਨੀ ਹੋਵੇ ਤਾਂ ਉਹਦੇ ਨਾਲੋਂ ਸਾਫ਼ ਬੋਲਣਾ ਜ਼ਿਆਦਾ ਵਧੀਆ। ਕਿਉਂਕਿ ਅੱਜ 21ਵੀਂ ਸਦੀ ਹੈ, ਜਿਹੜੇ ਜ਼ਿਆਦਾ ਲੋਕ ਮਿੱਠੇ ਬੋਲਦੇ ਨੇ, ਹਾਂ ਜੀ ਹਾਂ ਚਮਲਾਈ ਜਾਂਦੇ ਨੇ, ਜੀ ਹਜ਼ੂਰੀ ਕਰਦੇ ਨੇ, ਸਭ ਠੀਕ ਹੈ ਸਭ ਠੀਕ ਹੈ ਸਭ ਠੀਕ ਹੈ, ਤੇਰੇ ਵਰਗਾ ਕੋਈ ਬਿਊਟੀਫੁਲ ਕੋਈ ਨਹੀਂ, ਤੇਰੇ ਵਰਗਾ ਤਾਂ ਹਲੀਮੀ ਵਾਲਾ ਕੋਈ ਨਹੀਂ, ਆ ਰੋਟੀ ਜੇ ਕੱਚੀ ਪੱਕੀ ਫੂਕ ਨੇ ਤੇਰੇ ਵਰਗੀ ਸਵਾਦ ਹੀ ਕੋਈ ਨਹੀਂ ਹੈ। ਬਾਅਦ ਦੇ ਵਿੱਚ ਹਾਂ ਵਧੀਆ ਗੱਲ ਹੈ ਜੇ ਹਲੀਮੀ ਹੈ, ਜੇ ਬਾਅਦ 'ਚ ਆ ਕੇ ਉਹ ਸੜੀ ਜੀ ਰੋਟੀ ਖਵਾਤੀ ਹੈ ਜੀ, ਇਹ ਬੰਦਾ ਅਨਪੜ੍ਹ ਜਾਈ ਹੈ, ਇਹਨੂੰ ਬੋਲਣ ਦਾ ਨਹੀਂ ਹੈ, ਮੂੰਹ 'ਤੇ ਤੁਸੀਂ ਤਾਰੀਫ ਕਰਦੇ ਹੋ। ਉਹ ਜਿਹੜੇ ਪਖੰਡਪਣਾ ਕਰਦੇ ਹੋ ਨਾ, ਉਹ ਕਿਹਦੇ ਨਾਲ ਕਰਦੇ ਹੋ? ਪਰਮਾਤਮਾ ਤੁਹਾਡੇ ਅੰਦਰ ਬੈਠਾ। ਥੋੜ੍ਹੇ ਜਿਹੇ ਸਾਫ਼ ਸੁਥਰੇ ਹੋਵੋ। ਜੇ ਕ੍ਰਿਟਿਸਿਜ਼ਮ ਵੀ ਕਰਨੀ ਹੈ ਇਟ ਸ਼ੁੱਡ ਬੀ ਕੰਸਟਰਕਟਿਵ, ਕੋਈ ਵਿੱਚ ਲੌਜਿਕ ਹੋਣੀ ਚਾਹੀਦੀ ਹੈ, ਕੋਈ ਹੱਲ ਵੀ ਦੱਸੋ। ਐਵੇਂ ਹੀ ਨਾ ਬਿਨਾਂ ਮਤਲਬ ਨੁਕਸ ਕੱਢੋ। ਮੈਂ ਕਈਆਂ ਨੂੰ ਦੇਖਿਆ, ਸਾਡੇ ਕੋਈ ਕਲੋਜ਼ ਫਰੈਂਡ ਸੀ, ਉਹ ਮੈਨੂੰ ਕਹਿੰਦੇ, ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਟੀਵੀ ਦੇ ਪ੍ਰੋਗਰਾਮ ਦੇਖਦੇ ਹੋ? ਕਹਿੰਦੇ ਮੈਂ ਤਾਂ ਕਦੇ ਸੁਣਿਆ ਨਹੀਂ ਸੀ। ਕਿਹੜੇ ਪ੍ਰੋਗਰਾਮ 'ਤੇ? ਕੁਛ ਪ੍ਰੋਗਰਾਮ 'ਤੇ। ਮੈਂ ਇੱਥੇ ਸਾਡੇ ਜਿਹੜੇ ਟੀਵੀ ਦੇ ਐਡਮਿਨਿਸਟ੍ਰੇਟਰ ਨੇ ਉਹਨਾਂ ਨੂੰ ਪੁੱਛਿਆ, ਉਹਨੂੰ ਮੈਂ ਨਾਮ ਦੱਸਿਆ। ਕਹਿੰਦੇ ਜੀ ਜਦੋਂ ਵੀ ਤੁਸੀਂ ਸੰਡੇ ਹੁੰਦਾ ਸੋਮਵਾਰ ਨੂੰ ਇਹ ਹਮੇਸ਼ਾ ਦੇ ਦੇਣੇ ਇੰਨੇ ਵਿੱਚ, ਕਿਉਂਕਿ ਉਹਨਾਂ ਕੋਲ ਸਾਰਾ ਰਿਕਾਰਡ ਹੈ, ਸਾਇੰਸ ਨੇ ਇੰਨੀ ਤਰੱਕੀ ਕਰ ਲਈ। ਪਰ ਅੰਦਰੋਂ ਸਾਡੀ ਜੈਲਸੀ ਹੁੰਦੀ ਹੈ ਵੀ ਕਾਹਨੂੰ ਕਿਸੇ ਨੂੰ ਦੱਸਣਾ ਕੋਈ ਤਰੱਕੀ ਕਰਦੇ। ਜੇ ਦੋ ਬੋਲ ਚੰਗੇ ਸ਼ਬਦ ਕਿਸੇ ਨੂੰ ਕਹਿ ਦਿਓਗੇ ਕੋਈ ਨੁਕਸਾਨ ਤਾਂ ਨਹੀਂ ਹੁੰਦਾ, ਕੁਛ ਨਹੀਂ ਕਰਦਾ। ਪਰ ਅਸੀਂ ਕਿਸੇ ਨੂੰ ਇਨਕਰੇਜ ਨਹੀਂ ਕਰਦੇ। ਜਿਹੜੀ ਅੰਦਰ ਜੈਲਸੀ ਦੀ ਭਾਵਨਾ ਨਾ, ਇਹ ਵੀ ਰੂਹਾਨੀ ਦੇ ਵਿੱਚ ਇੱਕ ਬਹੁਤ ਵੱਡਾ ਰੁਕਾਵਟ ਹੈ। ਜਿਹੜੇ ਬੰਦੇ ਸ਼ੈਤਾਨੀ ਕਰਕੇ ਉੱਪਰੋਂ ਬੋਲ ਕੇ ਕੋਈ ਬੰਦਾ ਕਿਸੇ ਦੀ ਕੋਈ ਮਦਦ ਕਰਦਾ, ਕਿਸੇ ਦੀ ਕੋਈ ਹੈਲਪ ਕਰਦਾ, ਜਦੋਂ ਤੁਸੀਂ ਦੋ ਸ਼ਬਦ ਕਹਿ ਦਿਓ ਵੀ ਹਾਂ ਭਾਈ ਸਾਹਿਬ ਭੈਣ ਜੀ ਤੁਹਾਡੀ ਇੰਨੀ ਆਹ ਕਹਿਣਾ ਸਾਡਾ ਫਾਇਦਾ ਹੋ ਗਿਆ, ਕੀ ਉਹ ਤੁਹਾਡਾ ਕੀ ਘਟ ਗਿਆ? ਆਲੂ ਬੰਦੇ ਨੂੰ ਇਨਕਰੇਜ ਹੁੰਦੀ ਹੈ, ਕੱਲ੍ਹ ਨੂੰ ਕਿਸੇ ਹੋਰ ਨੂੰ ਕਰੂਗਾ। ਪਰ ਅਸੀਂ ਕ੍ਰਿਟੀਸਾਈਜ਼ ਕਰਦੇ ਰਹਿੰਦੇ ਹਾਂ, ਇਸ ਕਰਕੇ ਪ੍ਰੋਬਲਮ ਹੁੰਦੀ ਹੈ। ਸੋ ਮੈਂ ਇਹ ਕਹਿੰਦਾ ਜ਼ਿੰਦਗੀ ਦੇ ਵਿੱਚ ਗੁਰੂ ਲੱਭੋ। ਗੁਰੂ ਦੀ ਬਹੁਤ ਇੰਪੋਰਟੈਂਸ ਹੈ। ਜਦੋਂ ਲੱਭ ਗਿਆ ਗੁਰੂ ਤੇ ਫਿਰ ਉਹਦੇ 'ਤੇ ਤੁਸੀਂ ਅਮਲ ਕਰੋ। ਜਿੰਨਾ ਚਿਰ ਅਮਲ ਨਹੀਂ ਕਰਦੇ ਉਹਨਾਂ ਚਿਰ ਕੋਈ ਗੱਲ ਨਹੀਂ ਬਣਦੀ। ਜਿਵੇਂ ਕਿ ਕਿਹਾ ਗਿਆ ਕਿ ਅਮਲਾਂ ਉੱਤੇ ਹੋਣ ਨਵੇੜੇ ਖੜੀ ਰਹਿਣਗੀਆਂ ਜਾਤਾਂ। ਇਹਦੀਆਂ ਜਾਤ ਪਾਤਾਂ ਨੇ ਨਾ, ਮੈਂ ਅਮੀਰ ਹਾਂ ਗਰੀਬ ਹਾਂ, ਹਿੰਦੂ ਹਾਂ ਮੁਸਲਮਾਨ ਹਾਂ, ਮੇਰੀ ਉੱਚੀ ਜਾਤ ਆ ਉਹਦੀ ਨੀਵੀਂ ਜਾਤ ਹੈ, ਕਿਸੇ ਨੇ ਨਹੀਂ ਪੁੱਛਣਾ। ਦ ਮੈਨ ਇਜ਼ ਨੋਨ ਬਾਈ ਹਿਜ਼ ਐਕਸ਼ਨਸ। ਜੋ ਤੁਸੀਂ ਐਕਸ਼ਨ ਕਰਦੇ ਹੋ ਨਾ, ਉਹਦੇ ਉੱਤੇ ਜੱਜਮੈਂਟ ਹੋਣੀ ਹੈ। ਅੱਜ ਨਹੀਂ ਤਾਂ ਕੱਲ੍ਹ ਨੂੰ ਹੋ ਜੂਗੀ, ਲੰਬੇ ਸਮੇਂ ਬਾਅਦ ਹੋ ਜੂਗੀ। ਇਹ ਹੋ ਸਕਦਾ ਵੀ ਕਈ ਵਾਰੀ ਜਿਹੜੇ ਸ਼ੈਤਾਨ ਹੁੰਦੇ ਨੇ ਉਹ ਮੌਕੇ ਦੇ ਵਾਹ ਖੱਟ ਲਾਉਂਦੇ ਨੇ, ਪਰ ਜਿਹੜਾ ਅਸਲੀ ਬੰਦਾ ਹੁੰਦਾ ਮੌਕੇ ਦੇ ਨਾ ਵੀ ਖੱਟ ਸਕੇ, ਪਰ ਲੌਂਗ ਟਾਈਮ ਦੇ ਵਿੱਚ ਉਹ ਪਤਾ ਲੱਗਦਾ ਦੁੱਖ ਸੁੱਖ ਦੇ ਵਿੱਚ ਕੌਣ ਖੜਦਾ। ਉਹ ਦੋਸਤ ਹੀ ਕਾਹਦਾ ਜਿਹੜਾ ਦੁੱਖ ਦੇ ਵਿੱਚ ਨਾ ਖੜਾ ਹੋਵੇ। ਪਰ ਜਿਹੜੇ ਡਰਾਮੇ ਕਹਿੰਦੇ ਵੀ ਜਦੋਂ ਮਰਜੀ, ਮੈਂ ਹੁਣ ਕੁੱਤੇ ਦੀ ਐਗਜ਼ਾਮਪਲ ਦਿੱਤੀ ਆ ਵੀ ਸ਼ੇਰ ਆ ਗਿਆ ਮੈਂ ਮੂਹਰੇ ਖੜੂੰਗਾ, ਉਹ ਕੁੱਤਾ ਆ ਗਿਆ ਉਹਨੂੰ ਧੱਕਾ ਮਾਰ ਕੇ ਉਹਦੀ ਲੱਤ ਫੜਾਤੀ, ਉਹ ਕਿਉਂਕਿ ਸ਼ੇਖੀ ਖੋਰ ਹੁੰਦੇ ਨੇ। ਸੋ ਇਸ ਕਰਕੇ ਕਹਿੰਦੇ ਬੰਦੇ ਨੂੰ ਕਹਿੰਦੇ ਨੇ ਜਾਂ ਬਾਹ ਪਿਆ ਜਾਂਦੇ ਜਾਂ ਰਾਹ ਪਿਆ ਜਾਂਦੇ। ਇਹੀ ਗੱਲ ਹੈ ਕਿ ਕੋਸ਼ਿਸ਼ ਕਰੋ ਹਮੇਸ਼ਾ ਇੱਕੋ ਹੀ ਗੱਲ ਬੰਨ੍ਹ ਲਓ ਕਿ ਮੈਂ ਜੋ ਵੀ ਕੁਝ ਕਰ ਰਿਹਾ, ਜੋ ਵੀ ਕੁਝ ਕਹਿ ਰਿਹਾ, ਉਹ ਪਰਮਾਤਮਾ ਮੈਨੂੰ ਦੇਖਣ ਵਾਲਾ ਹੈ, ਦੇਖ ਰਿਹਾ ਹਰ ਵੇਲੇ, ਹਰ ਮੇਰੀ ਕਰਤੂਤ ਨੂੰ ਸਮਝ ਰਿਹਾ। ਕਿਸੇ ਨੂੰ ਪਿੰਨ ਪੁਆਇੰਟ ਨਾ ਕਰੋ, ਕਿਸੇ ਦੀ ਆਤਮਾ ਨਾ ਦਿਖਾਓ। ਜੇ ਕੋਈ ਦੁੱਖ ਗਈ ਸੱਚੇ ਦਿਲੋਂ ਮੰਨ ਲਓ ਵੀ ਮੈਂ ਕਿਹਾ ਗਿਆ, ਹੁਣ ਮੈਂ ਲਾਈਵ ਕਰ ਰਿਹਾ, ਜੇ ਕਈ ਵਾਰੀ ਕਿਹਾ ਜਾਂਦਾ ਬੰਦੇ ਨੂੰ ਮੈਥੋਂ ਕੋਈ ਗਲਤ ਵੀ ਕਿਹਾ ਜਾਵੇ, ਉਹਦੇ ਲਈ ਮੈਂ ਆਈ ਫੀਲ ਸੌਰੀ, ਓਪਨਲੀ ਕਹਿਣਾ ਮੈਂ ਸੌਰੀ। ਹਾਂਜੀ, ਕੋਈ ਜਦੋਂ ਸਲਿੱਪ ਆਫ ਟੰਗ ਹੋ ਸਕਦੀ ਹੈ ਬੋਲਣ ਲੱਗੇ, ਕਿਉਂਕਿ ਮੈਂ ਜੇ ਕਾਗਜ਼ ਪਿਆ ਹੋਵੇ ਫਿਰ ਤਾਂ ਮੈਂ ਦੇਖ ਕੇ ਪੜ੍ਹਨਾ, ਜੇ ਦੇਖ ਕੇ ਪੜ੍ਹਨਾ ਤਾਂ ਫਿਰ ਉਹ ਡਿਫਰੈਂਟ ਹੁੰਦੀ ਹੈ। ਹੁਣ ਇੰਨੇ ਸਾਲ ਪੜ੍ਹੇ ਹੈ ਤੇ ਪੜ੍ਹਾਇਆ ਤੇ ਖੁਦ ਆਪ ਰਿਸਰਚ ਕੀਤੀ, ਆਪ ਕਿਤਾਬਾਂ ਲਿਖੀਆਂ, ਥੋੜਾ ਮੋਟਾ ਅੰਦਰੋਂ ਮਿਹਨਤ ਵੀ ਕਰਕੇ, ਜੇ ਹੁਣ ਵੀ ਦੇਖ ਕੇ ਪੜ੍ਹਨਾ ਫਿਰ ਕੋਈ ਫਾਇਦਾ ਨਹੀਂ ਹੈ। ਫਿਰ ਉਹ ਕਹਿਣ ਦਾ ਢੰਗ ਵੀ ਫਰਕ ਹੋ ਜਾਂਦਾ। ਸੋ ਇਸ ਕਰਕੇ ਮੇਰੇ ਟਾਈਮ ਹੁਣ ਤਾਂ ਸਮਾਪਤੀ ਵੱਲ ਹੋ ਹੀ ਚੱਲਿਆ। ਸੋ ਲਾਸਟ ਗਾਣਾ ਸੁਣ ਲਓ। ਮੈਂ ਵੀ ਥੱਕ ਗਿਆ ਬਹੁਤ ਬੁਰੀ ਤਰ੍ਹਾਂ। ਜੇ ਕੋਈ ਗਲਤ ਕਿਹਾ ਗਿਆ ਹੋਵੇ, ਕਿਸੇ ਨੂੰ ਹਰਟ ਕੀਤੀ ਹੋਵੇ, ਆਈ ਰੀਅਲੀ ਫੀਲ ਸੌਰੀ। ਸੋ ਨੈਕਸਟ ਵੀਕ ਆਪਾਂ ਕੋਈ ਹੋਰ ਪ੍ਰੋਗਰਾਮ ਲੈ ਕੇ ਆਵਾਂਗੇ। ਤੁਸੀਂ ਫੀਡਬੈਕ ਜ਼ਰੂਰ ਦਿਆ ਕਰੋ, ਚੰਗੀ ਜਾਂ ਮਾੜੀ ਹੈ ਤਾਂ ਵੀ ਦਿਓ, ਵਧੀਆ ਗੱਲ ਹੈ, ਪਤਾ ਲੱਗਦਾ ਕੰਸਟਰਕਟਿਵ ਕ੍ਰਿਟਿਸਿਜ਼ਮ ਸ਼ੁੱਡ ਬੀ ਦੇਅਰ। ਸੋ ਸੁਣੋ ਲਾਸਟ ਗੀਤ ਤੇ ਮੈਨੂੰ ਦੋ ਤੁਸੀਂ ਨੈਕਸਟ ਵੀਕ ਤੱਕ ਆ ਗਿਆ। ਥੈਂਕ ਯੂ ਵੈਰੀ ਮਚ।